ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਪੰਜਾਬ ਦੇ ਵਿੱਚ ਪਿੱਛੇ ਜੇ ਨਕਲੀ ਸ਼ਰਾਬ ਪੀਣ ਦੇ ਨਾਲ, ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 100 ਤੋਂ ਵੱਧ ਮੌਤਾਂ ਹੋ ਗਈਆਂ ਔਰ ਉਸ ਜਦੋਂ ਇਹ ਮੌਤਾਂ ਹੋਈਆਂ ਤੇ ਪੁਲਿਸ ਵੀ ਇੱਕਦਮ ਹਰਕਤ 'ਚ ਆਈ ਤੇ ਸੀਐਮ ਸਾਹਿਬ ਵੀ ਹਰਕਤ ਦੇ ਵਿੱਚ ਆਏ ਤੇ ਬੜੇ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਛਾਪੇਮਾਰੀ ਇੱਕਦਮ ਪੁਲਿਸ ਨੇ ਕਰ ਲਈ ਔਰ ਇੰਨੀ ਜਲਦੀ ਪੁਲਿਸ ਨੂੰ ਐਡਰੈਸ ਦੇ ਬੰਦੇ ਆਈਡੈਂਟੀਫਾਈ ਸਾਰਾ ਕੁਝ ਪੁਲਿਸ ਨੇ ਕਰ ਲਿਆ ਕਿ ਇਹ ਰਾਤੋਂ ਰਾਤ ਹੀ ਹੋ ਗਿਆ ਸੀ। ਪੁਲਿਸ ਨੂੰ ਇਹਦਾ ਮਤਲਬ ਪਹਿਲਾਂ ਪਤਾ ਹੋ ਸਕਦਾ ਸੀ ਤਾਂ ਹੀ ਜਾ ਕੇ ਆਈਡੈਂਟੀਫਾਈ ਕੀਤੇ, ਉਹ ਥਾਵਾਂ ਆਈਡੈਂਟੀਫਾਈ ਕੀਤੀਆਂ ਤੇ ਜਾ ਕੇ ਉਹਨਾਂ ਬੰਦਿਆਂ ਦੇ ਉੱਪਰ ਛਾਪੇਮਾਰੀ ਕੀਤੀ। ਦੂਜੀ ਗੱਲ, ਅਕਾਲੀ ਦਲ ਵੀ ਬੜਾ ਰੌਲਾ ਪਾ ਰਿਹਾ ਕਿ ਨਕਲੀ ਸ਼ਰਾਬ ਕਾਂਗਰਸ ਦੇ ਦੌਰਾਨ ਵਿਕ ਰਹੀ ਆ, ਤਾਂ ਅਮਰਿੰਦਰ ਸਿੰਘ ਨੇ ਖੁਦ ਵੀ ਸੁਖਬੀਰ ਬਾਦਲ ਦੀਆਂ ਗੱਲਾਂ ਦੱਸੀਆਂ ਨੇ ਕਿ ਇਹਨਾਂ ਦੀ ਸਰਕਾਰ ਦੇ ਵੇਲੇ ਵੀ 2012 ਤੇ 16 ਦੇ ਵਿੱਚ ਵੀ ਅਜਿਹਾ ਕੁਝ ਹੋਇਆ ਤੇ ਇੱਕ ਵਾਰ ਤਾਂ ਅਕਾਲੀ ਸਰਕਾਰ ਦੇ ਵੇਲੇ ਤਾਂ ਜਿਹੜੇ ਵੱਡੇ ਮਾਫੀਆ ਸੀ ਉਹਨਾਂ ਦੇ ਖਿਲਾਫ FIR ਤੱਕ ਵੀ ਦਰਜ ਨਹੀਂ ਕਰਵਾਈ ਅਕਾਲੀ ਸਰਕਾਰ ਦੇ ਦੌਰਾਨ, ਜਿਨ੍ਹਾਂ ਨੇ ਨਕਲੀ ਸ਼ਰਾਬ ਵੇਚ ਕੇ ਕਈ ਲੋਕ ਬੰਦਿਆਂ ਦੀ ਜਾਨ ਗਈ ਸੀ ਉਹਨਾਂ ਸਮਿਆਂ ਦੇ ਦੌਰਾਨ ਵੀ। ਸੋ ਇਹ ਪੋਲੀਟੀਕਲ ਤੇ ਪੁਲਿਸ ਦਾ ਜਿਹੜਾ ਮਿਲਵਾ ਜੁਲਵਾ ਨੈਕਸਸ ਕਿਵੇਂ ਚੱਲ ਰਿਹਾ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਅਸਰ ਪੈ ਰਿਹਾ, ਉਹਦੇ ਬਾਰੇ ਗੱਲ ਕਰਾਂਗੇ। ਤੇ ਗੱਲ ਕਰ ਲਈ ਨੇ ਮਨਵਿੰਦਰ ਸਿੰਘ ਗਿਆਸਪੁਰਾ ਜੀ, ਇਹਨਾਂ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੀ ਸੀ ਤੇ ਲੋਕ ਇਨਸਾਫ ਪਾਰਟੀ ਨਾਲ ਸੰਬੰਧਿਤ ਨੇ ਤੇ ਹੋਂਦ ਚਿੱਲੜ ਕਾਂਡ ਨੂੰ ਐਕਸਪੋਜ਼ ਕੀਤਾ ਸੀ, ਉਹਦੇ ਲਈ ਸੰਘਰਸ਼ ਕੀਤਾ ਸੀ ਤੇ ਬਹੁਤ ਹੱਦ ਤੱਕ ਉਸ ਕੇਸ ਨੂੰ ਨਿਬੇੜਿਆ ਵੀ ਤੇ ਜਸਟੀਫਾਈ ਵੀ ਕੀਤਾ ਕੇਸ ਨੂੰ, ਇਨਸਾਫ ਵੀ ਉਹਨਾਂ ਲੋਕਾਂ ਨੂੰ ਲੈ ਕੇ ਦਿੱਤਾ। ਸੋ ਮਨਵਿੰਦਰ ਜੀ, ਤੁਹਾਡਾ ਸਵਾਗਤ ਹੈ ਬ੍ਰੇਨ ਔਨ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬ੍ਰੇਨ ਟੀਵੀ। ਸਰ, ਤੁਹਾਡਾ ਜਿਵੇਂ ਪੁਲਿਸ ਨਾਲ ਤੇ ਪੋਲੀਟੀਕਲੀ ਵਾਹ ਵਾਸਤਾ ਪੈਂਦਾ ਰਹਿੰਦਾ, ਲੋਕ ਇਨਸਾਫ ਪਾਰਟੀ ਨਾਲ ਤੁਹਾਡਾ ਨੇੜੇ ਦਾ ਰਿਸ਼ਤਾ ਹੈ, ਤਾਂ ਮਤਲਬ ਜਿਹੜਾ ਪੁਲਿਸ ਤੇ ਪੋਲੀਟੀਕਲ ਨੈਕਸਸ ਆਪਸ ਦੇ ਵਿੱਚ ਮਿਲ ਕੇ ਕੰਮ ਕਰਦੇ ਆ, ਇਹ ਵਾਕਈ ਮਿਲ ਕੇ ਕੰਮ ਕਰਦੇ ਆ ਜਾਂ ਮਤਲਬ ਇੱਕ ਲੋਕਾਂ ਦੀ ਇੱਕ ਨਾਰਾਜ਼ਗੀ ਆ ਵੀ ਹਾਂ ਇਹ ਆਪਸ 'ਚ ਮਿਲੇ ਹੋਏ ਨੇ ਤਾਂ ਕਰਕੇ ਕਰਪਸ਼ਨ ਵੀ ਫੈਲ ਰਿਹਾ, ਗੁੰਡਾਗਰਦੀ ਵੀ ਹੋ ਰਹੀ ਹੈ ਤੇ ਜਿਵੇਂ ਜ਼ਹਿਰੀਲੀ ਸ਼ਰਾਬ ਵੀ ਤੁਹਾਨੂੰ ਪਤਾ ਹੀ ਸਾਰਾ ਕਿੰਨਾ ਕੁਝ, ਕਿੰਨੇ ਘਰ ਬਰਬਾਦ ਹੋ ਗਏ। ਹਾਂਜੀ ਹਾਂਜੀ। ਇਹ ਤੁਹਾਡੇ ਹਿਸਾਬ ਨਾਲ ਹੈ ਕੀ ਚੱਕਰ ਕੀ ਹੈ? ਦੇਖੋ ਜੀ, ਇਹਦੇ 'ਚ ਕੋਈ ਦੋ ਰਾਮਾਂ ਨਹੀਂ ਹੈਗੀਆਂ ਕਿ ਜਿਹੜੀ ਪੁਲਿਸ ਆ ਉਹ ਹਮੇਸ਼ਾ ਹੀ ਜਿਹੜੇ ਪੋਲੀਟੀਕਲ ਪਾਵਰ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਪੁਸ਼ਤਪਨਾਹੀ ਕਰਦੀ ਆ ਹਮੇਸ਼ਾ ਹੀ। ਜੀ ਜੀ ਜੀ। ਹੁਣ ਤੁਸੀਂ ਦੇਖੋ ਕਿ ਪਿਛਲੇ 10 ਸਾਲਾਂ ਦੇ ਜਿਹੜੇ ਭੁੱਖੇ ਕਾਂਗਰਸੀ ਸੀ ਜੀ, ਉਹਨਾਂ ਨੂੰ ਸ਼ਰਾਬ, ਨਕਲੀ ਸ਼ਰਾਬ ਦਾ ਜਿਹੜਾ ਹੈਗਾ ਵੇਚਣ ਦੇ ਵਿੱਚੋਂ ਜੋ ਪੈਸੇ ਮਿਲਣੇ ਸੀ, ਇਦੋਂ ਸੌਖੀ ਇਨਕਮ, ਈਜ਼ੀ ਇਨਕਮ ਇਹ ਤੋਂ ਇਲਾਵਾ ਉਹਨਾਂ ਨੂੰ ਨਹੀਂ ਦਿਖੀ ਜੀ। ਔਰ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਇਹਨਾਂ ਦਾ ਆਪਸ ਦਾ ਨੈਕਸਸ ਆ, ਤੁਸੀਂ ਇਹ ਦੇਖੋ ਕਿ ਪਿਛਲੇ 2-3 ਮਹੀਨੇ ਦੇ ਵਿੱਚ ਜੇ ਆਪਾਂ ਸਾਰੇ ਇਸ ਐਪੀਸੋਡ ਨੂੰ ਦੇਖੀਏ, ਇਹਦੇ ਵਿੱਚ ਇੱਕ ਖੰਨੇ ਫੈਕਟਰੀ ਫੜੀ ਜਾਂਦੀ ਆ ਬਾਹੋ ਮਾਜਰੇ ਜੀ। ਔਰ ਤੁਸੀਂ ਦੇਖੋ ਕਿ ਜਿਹੜੀ ਬਾਹੋ ਮਾਜਰੇ ਫੈਕਟਰੀ ਫੜੀ ਜਾਂਦੀ ਆ, ਉਹ ਫੈਕਟਰੀ ਜਿਹੜੀ ਹੈਗੀ ਆ ਉਹ ਉੱਥੋਂ ਦੇ ਜਿਹੜਾ ਕਾਂਗਰਸੀ MLA ਕੋਟਲੀ ਪਰਿਵਾਰ, ਮੈਂ ਸਮਝਦਾ ਕਿ ਉਹਨਾਂ ਦਾ ਡਾਇਰੈਕਟ ਨੈਕਸਸ ਸੀ। ਔਰ ਫੈਕਟਰੀ ਤੁਸੀਂ ਦੇਖੋ ਕਿ ਪਿਛਲੇ 3 ਸਾਲਾਂ ਤੋਂ ਫੈਕਟਰੀ ਚੱਲ ਰਹੀ ਸੀ। ਅੱਛਾ ਜੀ। ਔਰ ਉਹ ਜਿਹੜੀ ਫੈਕਟਰੀ ਸੀ, ਜਿਹੜਾ SHO ਬਲਜਿੰਦਰ ਜੀ, ਜਿਹੜਾ ਕਿ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਪਿਓ ਪੁੱਤ ਤੇ ਸੀਰੀ ਨੂੰ ਨੰਗੇ ਕਰਕੇ ਵੀਡੀਓ ਵਾਇਰਲ ਕਰਨ ਵਾਲਾ, ਉਹਦੇ ਅਧਿਕਾਰ ਖੇਤਰ 'ਚ, ਉਹਦੇ ਥਾਣੇ ਦੇ ਵਿੱਚ ਉਹ ਫੈਕਟਰੀ ਸੀ ਜੀ। ਬੜੇ ਜਾਣੀ ਕਿ ਹੈਰਾਨੀ ਦੀ ਗੱਲ ਕਿ ਜਿਸ ਦਿਨ ਸਾਡੇ ਵੱਲੋਂ ਬਲਜਿੰਦਰ ਦੇ ਖਿਲਾਫ ਸਾਡਾ ਸੰਘਰਸ਼ ਚੱਲ ਰਿਹਾ ਸੀ ਵੀ ਉਹ ਪਿਓ ਪੁੱਤ ਤੇ ਸੀਰੀ ਨੂੰ ਨੰਗਾ ਕਰਕੇ ਵੀਡੀਓ ਬਣਾਈ ਜੀ, ਔਰ ਉਸ ਸੰਘਰਸ਼ ਦੇ ਦੌਰਾਨ ਉਹਨੂੰ ਬਦਲ ਕੇ ਫਿਰੋਜ਼ਪੁਰ ਰੇਂਜ ਭੇਜ ਦਿੱਤਾ ਜੀ। ਤੁਸੀਂ ਦੇਖੋ ਕਿ ਉਹਨੂੰ ਜਿਸ ਦਿਨ ਭੇਜਿਆ ਜਾਂਦਾ, ਉਸ ਤੋਂ 2 ਦਿਨ ਬਾਅਦ ਉਹ ਜਿਹੜੀ ਹੈਗੀ ਹੈ ਸ਼ਰਾਬ ਦੀ ਫੈਕਟਰੀ ਫੜ ਲਈ ਜਾਂਦੀ ਆ। ਪਹਿਲਾਂ ਉੱਥੇ ਫੜੀ ਨਹੀਂ ਜਾਂਦੀ, ਉਹ 3 ਸਾਲ ਤੋਂ ਲਗਾਤਾਰ ਚੱਲ ਰਹੀ ਸੀ ਜੀ, ਔਰ ਉਹ ਉੱਥੇ ਫੜ ਲਈ ਜਾਂਦੀ ਆ। ਤਾਂ ਇੱਥੋਂ ਕੀ ਸਬੂਤ ਮਿਲਦੇ ਆ ਕਿ ਜਿਹੜੀ ਪੁਲਿਸ ਹੈਗੀ ਆ, ਇਹਨਾਂ ਦਾ ਨੈਕਸਸ ਚੱਲਦਾ। ਹੋਰ ਤੁਹਾਨੂੰ ਦੱਸਾਂ ਗੱਲ
ਕਿ ਜਿਹੜੀ ਉਹ ਸ਼ਰਾਬ ਦੀ ਜਿਹੜੀ ਫੈਕਟਰੀ ਬਾਹੋਂ ਮਾਜਰੇ ਫੜੀ ਜਾਂਦੀ ਆ, ਹਾਂਜੀ ਹਾਂਜੀ ਉਸ ਫੈਕਟਰੀ ਦੇ ਵਿੱਚ ਜਿਹੜੀਆਂ ਹੈਗੀਆਂ ਬੋਤਲਾਂ ਉਹ ਫਸਟ ਚੁਆਇਸ ਦੀਆਂ ਲੇਬਲ ਲੱਗੇ ਹੁੰਦੇ ਆ ਉਹਨਾਂ ਬੋਤਲਾਂ ਤੇ, ਫਸਟ ਚੁਆਇਸ। ਇਹ ਜਿਹੜੀ ਫਸਟ ਚੁਆਇਸ ਸ਼ਰਾਬ ਦੀ ਬੋਤਲ ਆ, ਇਹ ਰਾਣਾ ਗੁਰਜੀਤ ਜਿਹੜੇ ਕਿ ਇੱਕ ਧਨਾੜ ਜਿਹੜੇ ਕਿ ਵੱਡੇ ਸ਼ਰਾਬ ਦੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਵੱਡਾ ਕਾਰੋਬਾਰ ਆ, ਸ਼ੂਗਰ ਮਿਲ ਵੀ ਆ, ਸ਼ਰਾਬ ਦੀਆਂ ਫੈਕਟਰੀਆਂ ਵੀ ਨੇ, ਹੋਰ ਉਹਨਾਂ ਦੀਆਂ ਕੱਪੜਾ ਦੀਆਂ ਫੈਕਟਰੀਆਂ ਵੀ ਨੇ, ਔਰ ਉਹਦਾ ਜਿਹੜਾ ਹੈਗਾ ਇਹ ਲੇਬਲ ਉੱਥੇ ਅੰਦਰੋਂ ਮਿਲਦਾ। ਸਿਰਫ 30 ਰੁਪਏ ਦੀ ਸ਼ਰਾਬ ਦੀ ਬੋਤਲ ਬਣਦੀ ਆ, ਜਿਹੜਾ ਹੈਗਾ ਇਥਨੋਲ ਜਿਹੜਾ ਹੈਗਾ ਜਿਹਦੇ ਨਾਲ ਇਹ ਸ਼ਰਾਬ ਦੀ ਬੋਤਲ ਬਣਾਉਂਦੇ ਆ, ਔਰ 30 ਰੁਪਏ ਵਾਲੀ ਬੋਤਲ ਜਦੋਂ ਇਦਾਂ ਦੇ ਵੱਡੇ ਮਾਰਕੇ ਲੱਗ ਜਾਂਦੇ ਆ ਤਾਂ 800 2000 ਤੱਕ ਵੀ ਵਿਕਦੀ ਆ ਔਰ ਬਹੁਤ ਵੱਡਾ ਜਾਨੀ ਕਿ ਜਿਹੜਾ ਮਾਰਜਨ ਦਾ ਗੈਪ ਆ, ਸੋਚਿਆ ਵੀ ਨਹੀਂ ਜਾ ਸਕਦਾ ਇੰਨਾ ਮਾਰਜਨ ਦਾ ਗੈਪ ਆ। ਤੁਹਾਨੂੰ ਮੈਂ ਦੱਸਾਂ ਕਿ ਜਦੋਂ ਉਹ ਫਸਟ ਚੁਆਇਸ ਦੇ ਦਿਖੇ ਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ। ਬੇਸ਼ੱਕ ਮੈਂ ਲੋਕ ਇਨਸਾਫ ਪਾਰਟੀ ਦੇ ਨਾਲ ਆ, ਪਰ ਮੈਂ ਕਿਉਂਕਿ ਪੋਲੀਟੀਕਲ ਇਸ ਫੀਲਡ ਦੇ ਵਿੱਚ ਨਵਾਂ, ਮੈਨੂੰ ਨਹੀਂ ਪਤਾ ਵੀ ਕਿੱਦਾਂ ਨੈਕਸਸ ਚੱਲਦਾ, ਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਮੈਂ ਖੁਦ ਟੈਕਸਟਾਈਲ ਇੰਜੀਨੀਅਰ ਹਾਂ, ਵੀ ਜਦੋਂ ਕੋਈ ਅਸੀਂ ਕਿਸੇ ਕੰਪਨੀ ਦੇ ਵਿੱਚ ਸਾਡਾ ਮਾਰਕਾ ਲਾ ਕੇ ਕੋਈ ਦੂਜਾ ਬੰਦਾ ਟੀ-ਸ਼ਰਟ ਨਕਲੀ ਬਣਾਵੇ ਤਾਂ ਅਸੀਂ ਤੁਰੰਤ ਉਹਦੇ ਤੇ ਕਾਰਵਾਈ ਕਰਾਉਂਦੇ ਆ, ਆਪ ਅੱਗੇ ਹੋ ਕੇ ਕਰਾਉਂਦੇ ਆ, ਔਰ ਅਸੀਂ ਲੱਭਦੇ ਵੀ ਰਹਿੰਦੇ ਆ। ਤੇ ਮੈਂ ਸੋਚਿਆ ਵੀ ਇਹ ਰਾਣਾ ਗੁਰਜੀਤ ਜੀ ਨੂੰ ਕਿਉਂ ਨਾ ਫੋਨ ਕਰਕੇ ਦੱਸਿਆ ਜਾਵੇ ਉਸੇ ਦਿਨ ਕਿ ਰਾਣਾ ਜੀ ਤੁਹਾਡੀ ਜਿਹੜੀ ਹੈਗੀ ਆ ਬ੍ਰਾਂਡ ਦੀ ਜਿਹੜੀ ਇੱਥੋਂ ਨਕਲੀ ਸ਼ਰਾਬ ਨਕਲੀ ਆ, ਪਰ ਬ੍ਰਾਂਡ ਤੁਹਾਡਾ, ਉਹਦੇ ਤੇ ਲੇਬਲ ਤੁਹਾਡਾ ਲੱਗਿਆ ਹੋਇਆ। ਤੇ ਮੈਂ ਉਹਨਾਂ ਨੂੰ ਫੋਨ ਲਾਇਆ ਰਾਣਾ ਜੀ ਨੂੰ, ਕਿਉਂਕਿ ਮੈਂ ਪਹਿਲਾਂ ਟੈਕਸਟਾਈਲ ਕੰਪਨੀ ਦੇ ਵਿੱਚ ਇੰਜੀਨੀਅਰ ਹਾਂ, ਤੇ ਉੱਥੇ ਉਹਨਾਂ ਦਾ ਰਾਣਾ ਪੋਲੀਕਾਟ ਉਹਨਾਂ ਦੀ ਫੈਕਟਰੀ ਸੀ, ਤੇ ਮੇਰੇ ਉਸ ਤਰੀਕੇ ਦੇ ਨਾਲ ਇੰਡਸਟਰੀਅਲ ਹੈਗੇ ਸੀ, ਤੇ ਮੇਰੇ ਕੋਲ ਨੰਬਰ ਸੀ ਉਹਨਾਂ ਦਾ। ਤੇ ਮੈਂ ਜਦੋਂ ਉਹਨਾਂ ਨੂੰ ਫੋਨ ਲਾਇਆ ਰਾਣਾ ਜੀ ਨੂੰ, ਤਾਂ ਰਾਣਾ ਜੀ ਦਾ ਫਸਟ ਸੀਗਾ ਕਿ ਮੈਂ ਕੈਪਟਨ ਸਾਹਿਬ ਦੇ ਉਲਟ ਨਹੀਂ ਚੱਲ ਸਕਦਾ। ਅੱਛਾ। ਤੇ ਮੈਂ ਕਿਹਾ ਵੀ ਰਾਣਾ ਜੀ, ਵੀ ਜੇ ਇਹ ਸ਼ਰਾਬ ਪੀਣ ਨਾਲ ਕੱਲ ਨੂੰ ਕੋਈ ਮਾਂ ਦਾ ਪੁੱਤ ਮਰ ਜਾਂਦਾ ਤੇ ਜਿਹੜਾ ਸਭ ਤੋਂ ਪਹਿਲਾਂ ਫਸਟ ਪਰਚਾ ਤੁਹਾਡੇ ਤੇ ਹੋਣਾ, ਤੁਹਾਡੇ ਤੇ ਹੋਣਾ, ਤੁਹਾਡੇ ਬੱਚੇ ਤੇ ਹੋਣਾ। ਕਹਿੰਦਾ ਵੀ ਮੈਂ ਨਹੀਂ ਕਹਿੰਦਾ ਬਈ ਸਾਡੀ ਸਰਕਾਰ ਦੇ ਖਿਲਾਫ, ਮਹਾਰਾਜਾ ਦੇ ਖਿਲਾਫ ਚੱਲ ਸਕਦਾ। ਮੈਂ ਕਹਿੰਦਾ ਮਤਲਬ ਇਸ ਧੰਦੇ ਦੇ ਵਿੱਚ ਮਹਾਰਾਜਾ ਦਾ ਵੀ ਹੱਥ ਹੈ। ਵੀ ਇਸ ਧੰਦੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਹੱਥ ਹੈ। ਤੁਸੀਂ ਇਹ ਦੇਖੋ ਕਿ ਜਦੋਂ ਇਹਨਾਂ ਦਾ ਪੈਸੇ ਦੀ ਵੰਡ ਨੂੰ ਲੈ ਕੇ ਕਰਨ ਅਵਤਾਰ ਤੇ ਮੰਤਰੀ ਚੰਨੀ ਤੇ ਹੋਰ ਜਦੋਂ ਇਹਨਾਂ ਦਾ ਰੌਲਾ ਪਿਆ, ਜਿਹੜਾ ਰੌਲਾ ਪਿਆ, ਉਹ ਰੌਲਾ ਜਿਹੜਾ ਸੀ ਇਹ ਸਾਰਾ ਇਸ ਗੱਲ ਦੇ ਵੱਲ ਇਸ਼ਾਰਾ ਹੀ ਨਹੀਂ ਸੀ ਕਰਦਾ ਕਿ ਉਹ ਇੱਕ ਪਿਕਚਰ ਸਾਫ਼ ਤੇ ਕਲੀਅਰ ਕਰਦਾ ਸੀ ਕਿ ਕਿਤੇ ਨਾ ਕਿਤੇ ਜਿਹੜਾ ਸਾਡੇ ਇਸ ਸੂਬੇ ਦਾ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ, ਉਹ ਇਸ ਸ਼ਰਾਬ ਮਾਫੀਏ ਦਾ ਇੱਕ ਸਮਝ ਲੈ ਵੀ ਉਹਨਾਂ ਦਾ ਉੱਤੇ ਹੱਥ ਆ, ਉਹਨਾਂ ਦੇ ਉੱਤੇ ਉਹ ਸਰਗਣਾ ਇੱਕ ਕਿਸਮ ਦਾ ਜਿਹੜਾ ਇਹ ਚਲਾ ਰਿਹਾ। ਤੇ ਦੂਜੀ ਗੱਲ ਤੁਹਾਨੂੰ ਹੋਰ ਦੱਸਾਂ ਕਿ ਇੱਕ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਸ਼ੰਭੂ ਨੇੜੇ ਪਟਿਆਲੇ, ਰਾਜਪੁਰੇ ਵਾਲੇ। ਉਹ ਵੀ ਜਿਹੜੀ ਸ਼ਰਾਬ ਦੀ ਫੈਕਟਰੀ ਸੀ ਉਹ ਵੀ ਕਾਂਗਰਸੀ ਜਿਹੜੇ ਸੀ ਉੱਥੋਂ ਦੇ ਲੋਕਲ ਜਿਹੜਾ ਸਰਪੰਚ ਸੀ ਉਹਦੇ ਅਧੀਨ ਉਹ ਜਿਹੜੀ ਕਾਂਗਰਸ ਦੀ ਫੈਕਟਰੀ ਜਿਹੜੀ ਸੀ ਚੱਲਦੀ ਸੀ। ਇਹ ਇਕੱਲੇ ਛੋਟੇ ਬੰਦੇ ਜਿਹੜੀਆਂ ਛੋਟੀਆਂ ਮੱਛੀਆਂ ਇਹ ਫੜਦੇ ਨੇ, ਇਹ ਸਿਰਫ ਇੱਕ ਦਿਖਾਵਾ ਹੁੰਦਾ, ਪਰ ਇਹਦੇ ਪਿੱਛੇ ਜਿਹੜੇ ਹੈਗੇ ਆ ਵੱਡੇ ਬੰਦੇ, ਵੱਡੇ MLA, ਵੱਡੇ MP ਜਾਂ ਇੱਕ ਮੰਤਰੀ ਟਾਈਪ ਦੇ ਜਿਹੜੇ ਬੰਦੇ ਆ, ਉਹ ਸਾਰੇ ਜਿਹੜੇ ਬੈਕ ਫੁੱਟ ਤੇ ਬੈਕ ਪਰਦੇ ਦੇ ਉੱਤੇ ਕੰਮ ਕਰਦੇ ਆ। ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਪਟਿਆਲੇ ਫੈਕਟਰੀ ਫੜੀ ਗਈ, ਉਦੋਂ 4000 ਲੀਟਰ ਇਥਨੋਲ ਜਿਹੜੀ ਸੀ ਉਹ ਦਰਸ਼ਨ ਸਿੰਘ ਪੱਥਰੀ ਅਕਾਲੀ ਭਾਜਪਾ ਗੱਠਜੋੜ ਦਾ ਜਿਹੜਾ ਹੈਗਾ ਲੀਡਰ, ਉਹਦੇ ਚੋਂ ਗੋਡਾਊਨ ਤੋਂ ਫੜੀ ਗਈ, ਗੋਡਾਊਨ ਕਮ ਟਿਊਬਲ ਸਟੋਰ ਚੋਂ। ਇੱਥੋਂ ਕੀ ਸਿੱਧ ਹੁੰਦਾ ਕਿ ਜਿਹੜੀਆਂ ਇਹ ਦੋਵੇਂ ਪਾਰਟੀਆਂ ਨੇ, ਚਾਹੇ ਅਕਾਲੀ ਹੋ ਜਾਣ ਚਾਹੇ ਕਾਂਗਰਸੀਏ ਹੋ ਜਾਣ, ਇਹ ਜਦੋਂ ਸੱਤਾ ਦੇ ਵਿੱਚ ਜਿੱਦਾਂ ਅਕਾਲੀ ਆ ਤਾਂ ਜਿਹੜਾ ਹੈਗਾ ਰੇਸ਼ੋ 60% ਅਕਾਲੀਆਂ ਨੂੰ ਜਾਂਦੀ ਆ, 40 ਕਾਂਗਰਸ ਨੂੰ। ਜੇ ਸੱਤਾ ਦੇ ਵਿੱਚ ਕਾਂਗਰਸ ਆ ਗਈ ਤਾਂ 60% ਕਾਂਗਰਸ ਤੇ 40% ਅਕਾਲੀ। ਇਹਨਾਂ ਦੀ ਜਿਹੜੀ ਹੈਗੀ ਆ ਇਹ 60-40 ਦੀ ਰੇਸ਼ੋ ਇਹ ਹਮੇਸ਼ਾ ਜਿਹੜੀ ਹੈਗੀ ਆ ਚੱਲ ਰਹੀ ਆ, ਚੱਲਦੀ ਆਈ ਆ। ਔਰ ਤੁਸੀਂ ਦੇਖੋ ਕਿ ਜਦੋਂ ਵੀ ਕੋਈ ਤੀਜੀ ਪਾਰਟੀ ਵਿੱਚ ਵੜਨ ਲੱਗਦੀ ਆ ਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਫਿਕਰ ਪੈ ਜਾਂਦਾ, ਤੇ ਫਿਕਰ ਇੱਥੋਂ ਤੱਕ ਹੁੰਦਾ ਕਿ ਜਿਹੜਾ ਸਾਡਾ ਉਹ 60-40 ਵਾਲਾ ਖੇਡ ਆ, ਉਹ ਸਾਰੀ ਖੇਡ ਜਿਹੜੀ ਹੈਗੀ ਆ ਇਹ ਤੀਜੀ ਪਾਰਟੀ ਨੇ ਖਰਾਬ ਕਰ ਦੇਣੀ ਆ। ਤੁਸੀਂ ਦੇਖੋ ਕਿ ਬੜੇ ਦੁੱਖ ਤੇ ਅਫਸੋਸ ਦੀ ਗੱਲ ਕਿ ਜਿਹੜੇ 104 ਤੋਂ ਵੱਧ ਬੰਦੇ ਜਿਹੜੇ ਕਿ ਨਕਲੀ ਸ਼ਰਾਬ ਪੀਣ ਦੇ ਨਾਲ ਸਾਡੇ ਸੂਬੇ ਦੇ ਵਿੱਚ ਜਿਹੜੇ ਦਮ ਤੋੜ ਗਏ, ਮਰੇ ਸਾਰੇ, ਜਿਹੜੇ ਮਰੇ ਸਾਰੇ ਗਰੀਬ। ਤੁਸੀਂ ਇਹ ਦੇਖੋ ਕਿ ਮੈਂ ਇੱਕ ਗੱਲ ਕਰ ਰਿਹਾ ਸੀ ਕਿਸੇ ਬੰਦੇ ਦੇ ਨਾਲ, ਉਹ ਕਹਿੰਦਾ ਵੀ ਸ਼ਰਾਬੀਆਂ ਨੂੰ ਤੁਸੀਂ ਕਰੋੜ ਰੁਪਈਆ ਦਿਵਾਉਣਾ। ਮੈਂ ਕਿਹਾ ਵੀ ਜੇ
ਜੇ ਤਾਂ ਕੈਪਟਨ ਅਮਰਿੰਦਰ ਸਿੰਘ ਸਕੌਚ ਪੀਵੇ, ਜੇ ਤਾਂ ਕੈਪਟਨ ਅਮਰਿੰਦਰ ਸਿੰਘ ਸਕੌਚ ਪੀਵੇ ਤਾਂ ਉਹ ਸ਼ਰਾਬੀ ਨਹੀਂ ਜੀ। ਜੇ ਜਿਹੜੇ ਵੱਡੇ ਬੰਦੇ ਆ ਉਹ ਕੋਈ ਮਹਿੰਗੀ ਸ਼ਰਾਬ ਪੀਣ ਘਰੇ ਬੈ, ਉਹ ਸ਼ਰਾਬੀ ਨਹੀਂ। ਪਰ ਇੱਕ ਜਿਹੜਾ ਬੰਦਾ ਸਵੇਰ ਦਾ ਦੁੱਖਾਂ ਟੁੱਟੇ ਨਾਲ ਦਿਹਾੜੀ ਦੱਪਾ ਕਰਕੇ ਜੇ ਇੱਕ ਸ਼ਾਮ ਨੂੰ, ਕਿਉਂਕਿ ਅੱਜ ਟੈਨਸ਼ਨਾਂ ਹੀ ਇੰਨੀਆਂ ਨੇ, ਔਰ ਉਸ ਟੈਨਸ਼ਨ ਨੂੰ ਅਗਰ ਕਰਨ ਲਈ ਜੇ ਉਹ ਵਿਚਾਰਾ ਇੱਕ ਅਧੀਆ ਕਿਸੇ ਤੋਂ ਫੜ ਕੇ ਪੀ ਲੈਂਦਾ ਤਾਂ ਉਹਦਾ ਕੀ ਕਸੂਰ ਆ ਕਿ ਉਹ ਤੁਹਾਡੇ ਬੰਦੇ ਚਲਾ ਰਹੇ ਆ, ਤੁਹਾਡੇ ਤੇ ਨਕਲੀ ਜਿਹੜੀ ਸ਼ਰਾਬ ਜਿਹੜੀ ਹੈਗੀ ਉਹ ਪੀ ਕੇ ਜੇ ਉਹ ਵਿਚਾਰੇ ਦੀ ਡੈਥ ਹੋ ਜਾਂਦੀ ਆ, ਕੀ ਉਹ ਸਰਕਾਰ ਵੱਲੋਂ ਕੀਤਾ ਮਰਡਰ ਨਹੀਂ? ਸਰਕਾਰ ਵੱਲੋਂ ਕੀਤੇ ਮਰਡਰ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਕੀ ਮੁਆਵਜ਼ੇ ਦੇ ਉਹ ਯੋਗ ਨਹੀਂ? ਸਿਰਫ ਇਸ ਕਰਕੇ ਨਹੀਂ ਉਹਨਾਂ ਨੂੰ ਮੁਆਵਜ਼ਾ ਦੇਣਾ ਕਿ ਉਹ ਵਿਚਾਰੇ ਗਰੀਬ ਪਰਿਵਾਰਾਂ ਦੇ ਵਿੱਚੋਂ ਸੰਬੰਧਿਤ ਨੇ ਕਿ ਉਹਨਾਂ ਨੂੰ ਅਸੀਂ ਮੁਆਵਜ਼ਾ ਨਹੀਂ ਦੇਣਾ ਜੀ। ਇਹਨਾਂ ਨੇ ਪੈਸੇ ਕੀ ਕਰਨੇ ਆ? ਸੋਚਦੇ ਆ ਇਹ ਗੱਲ ਵੀ ਯਾਰ ਇਹਨਾਂ ਨੇ ਗਰੀਬਾਂ ਨੇ, ਦਲਿਤਾਂ ਨੇ ਪੈਸੇ ਕੀ ਕਰਨੇ ਆ, ਇਹਨਾਂ ਨੇ ਖਰਾਬ ਕਰ ਦੇਣੇ ਆ। ਹੁਣ ਤੁਸੀਂ ਦੇਖੋਗੇ ਅੱਜ 2-2 ਲੱਖ ਰੁਪਏ ਦੇ ਨਾਲ ਉਹਨਾਂ ਦਾ ਮੂੰਹ ਪੂੰਝਿਆ ਜਾ ਰਿਹਾ। 2-2 ਲੱਖ ਰੁਪਏ ਦੇ ਨਾਲ ਘਰ ਨਹੀਂ ਕੈਪਟਨ ਸਾਹਿਬ, ਰਾਜਾ ਸਾਹਿਬ ਚੱਲਦੇ ਹੁੰਦੇ। ਔਰ ਸਾਡੀ ਬੇਨਤੀ ਆ ਕਿ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਜੀ ਗਏ ਨੇ, ਜਿਹੜੇ ਕਿ ਤੁਹਾਡੀ ਵਜ੍ਹਾ ਨਾਲ ਗਏ ਨੇ, ਤੁਸੀਂ ਉਹਨਾਂ ਦੇ ਕਾਤਲ ਹੋ। ਕੈਪਟਨ ਅਮਰਿੰਦਰ ਸਿੰਘ, ਤੁਹਾਡੀ ਸਰਕਾਰ ਉਹਨਾਂ ਦੀ ਕਾਤਲ ਆ। ਤੁਹਾਡੀ ਵਜ੍ਹਾ ਦੇ ਨਾਲ ਉਹ ਜਿਹੜੇ ਹੈਗੇ ਆ ਉਹਨਾਂ ਨੇ ਦਮ ਤੋੜਿਆ। ਉਹਨਾਂ ਬੰਦਿਆਂ ਨੂੰ 1-1 ਕਰੋੜ ਰੁਪਈਆ ਜਿਹੜਾ ਹੈਗਾ ਉਹ ਉਹਨਾਂ ਬੰਦਿਆਂ ਦੀ ਪ੍ਰਾਪਰਟੀ ਨੂੰ ਵੇਚ ਕੇ, ਜਿਹੜੇ ਤੁਹਾਡੇ ਸਰਗਣੇ ਜਿਹੜੇ ਕਿ ਸ਼ਰਾਬ ਦਾ ਕਾਰੋਬਾਰ ਕਰਦੇ ਆ, ਜਿਹੜੇ ਕਿ ਸ਼ਰਾਬ ਦੇ, ਨਕਲੀ ਸ਼ਰਾਬ ਦੇ ਕਾਰੋਬਾਰ ਵਿੱਚ ਲਿਪਤ ਨੇ, ਰਾਣਾ ਗੁਰਜੀਤ ਵਰਗੇ ਬੰਦੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਕੇ ਵੇਚ ਕੇ ਉਹਨਾਂ ਬੰਦਿਆਂ ਨੂੰ ਮੈਂ ਸਮਝਦਾ ਕਿ ਮੁਆਵਜ਼ਾ ਦੇਣਾ ਚਾਹੀਦਾ। ਔਰ ਤਾਂ ਕਿ ਉਹ ਜਿਹੜੇ ਆਪਣੇ ਉਹਨਾਂ ਦੇ ਵੀ ਪਰਿਵਾਰ ਨੇ, ਬੱਚੇ ਨੇ, ਉਹਨਾਂ ਦਾ ਕੀ ਕਸੂਰ ਆ? ਮੈਂ ਗੱਲ ਕਰਦਾ ਕਿ ਜਿਵੇਂ ਸ਼ਰਾਬ ਇੱਕ ਤਰੀਕੇ ਦਾ ਜ਼ਹਿਰ ਆ, ਸਿਹਤ ਲਈ ਹਾਨੀਕਾਰਕ ਹੈ, ਉਹਦੀਆਂ ਬੋਤਲਾਂ ਤੇ ਵੀ ਲਿਖਿਆ ਹੁੰਦਾ, ਪਰ ਕਿੰਨੀ ਤਰਾਸਦੀ ਦੀ ਗੱਲ ਆ ਕਿ ਇੱਕ ਜ਼ਹਿਰ ਨੂੰ ਹੀ ਪਿਓਰ ਨਹੀਂ ਦਿੱਤਾ ਜਾ ਰਿਹਾ। ਜ਼ਹਿਰ ਤਾਂ ਚੰਗਾ, ਜ਼ਹਿਰ ਤਾਂ ਪਿਓਰ ਦਿਓ, ਬਿਲਕੁਲ ਸਹੀ ਗੱਲ ਹੈ। ਔਰ ਇਹਦੇ ਵਿੱਚ ਖੇਲ ਹੀ ਹੈ ਕਿ 30 ਰੁਪਏ ਦੀ ਜ਼ਹਿਰ ਬਣਦੀ ਆ, ਉਹ ਵੇਚਦੇ ਆ। ਜੇ 300 ਰੁਪਏ ਤੋਂ ਲੈ ਕੇ ਉਹ ਪਤਾ ਨਹੀਂ ਜਿੱਥੇ ਤੱਕ ਦਾ ਲੇਬਲ ਲਾ ਦੇਣ ਉੱਥੇ ਤੱਕ ਦੀ ਵਿਕਦੀ ਆ। 300 ਰੁਪਏ ਦਾ ਮਿਨੀਮਮ ਪੈਕਟਾਂ ਦੇ ਵਿੱਚ ਪੈਕ ਹੋ ਕੇ ਜਾਂਦੀ ਆ। ਜਿਹੜਾ ਤੁਹਾਡਾ ਖੰਨੇ ਨਾਲ ਬੜਾ ਵਾਹ ਵਾਸਤਾ ਆ, ਜਿਹੜੀ ਖੰਨੇ ਫੈਕਟਰੀ ਫੜੀ ਗਈ ਸੀ, ਉੱਥੇ ਕਾਰਵਾਈ ਕਿਸ ਕਿਸਮ ਦੀ ਕਾਰਵਾਈ ਕੀਤੀ ਗਈ? ਉਹਦੇ ਵਿੱਚ ਤੁਸੀਂ ਫੜਿਆ ਗਿਆ? ਉਹਦੇ ਵਿੱਚ ਜਿਹੜੀ ਹੈਗੀ ਸੀ ਇੱਕ ਮੇਨ ਜਿਹੜਾ ਉਹਦੇ ਚ ਇਹਨਾਂ ਨੇ ਬਣਾਇਆ ਗਿਆ ਇੱਕ ਕਾਲਾ ਕੱਦੋਂ ਵਾਲਾ ਜੀ, ਜਿਹੜਾ ਕਿ ਕੋਟਲੀ ਪਰਿਵਾਰ ਦੇ ਨਾਲ ਬੜਾ ਨਜ਼ਦੀਕੀ ਆ, ਬੜਾ ਨੇੜੇ ਦਾ ਸੰਬੰਧ ਆ। ਉਸ ਬੰਦੇ ਨੂੰ ਸਿਰਫ ਫੜਿਆ ਗਿਆ ਤੇ ਉਹਦੇ ਨਾਲ 2-3 ਬੰਦੇ ਜਿਹੜੇ ਹੈਗੇ ਆ ਉਹ ਆਪਣੇ ਕੀ ਕਹਿੰਦੇ ਆ ਰਾਜਸਥਾਨ ਦੇ ਵਿੱਚੋਂ ਉਹਨਾਂ ਬੰਦਿਆਂ ਨੂੰ ਫੜਿਆ ਗਿਆ। ਸਿਰਫ ਉਹਨਾਂ ਛੋਟੀਆਂ ਮੱਛੀਆਂ ਨੂੰ ਜਿਹੜੇ ਕਿ ਕਰਿੰਦੇ ਵਿਚਾਰੇ ਕੰਮ ਕਰਦੇ ਉਹਨਾਂ ਨੂੰ ਫੜਿਆ ਗਿਆ। ਮੈਂ ਸਮਝਦਾ ਕਿ ਐਡੀਆਂ ਮਸ਼ੀਨਾਂ ਉੱਥੇ ਆਈਆਂ, ਉਹ ਮਸ਼ੀਨਾਂ ਨੂੰ ਲਿਆਉਣ ਵਾਲੇ ਉਹਨਾਂ ਦੇ ਪਿੱਛੇ ਉਹ ਜਗ੍ਹਾ ਕਿਹਦੀ ਸੀ, ਕਿਹਨੇ ਉਸ ਜਗ੍ਹਾ ਦਾ ਕਨੈਕਸ਼ਨ ਲਵਾਇਆ, ਕਿਹੜੇ ਬੰਦੇ ਨੇ ਉਹ ਜਿਹੜੀ ਸੀਗੀ। ਤੁਸੀਂ ਇਹ ਦੇਖੋ ਕਿ ਲੋਕਡਾਊਨ ਦੌਰਾਨ ਇੱਕ ਗੱਲ ਹੋਰ ਤੁਸੀਂ ਦੱਸੀ, ਉਹ ਜਿਹੜੀ ਫੈਕਟਰੀ ਸੀ ਉਹ ਬਾਹੋ ਮਾਜਰੇ ਫੜੀ ਗਈ ਹੈ। ਅੱਛਾ ਜੀ। ਬਾਹੋ ਮਾਜਰੇ ਦੇ ਵਿੱਚ ਜਦੋਂ ਕੋਵਿਡ ਸ਼ੁਰੂ ਹੋਇਆ, ਉੱਥੇ ਪਿੰਡ ਦੇ ਮੁੰਡਿਆਂ ਨੇ ਰਸਤੇ ਦੇ ਵਿੱਚ ਨਾਕੇ ਲਾ ਦਿੱਤੇ ਜੀ ਵੀ ਅਸੀਂ ਬਾਹਰਲੇ ਬੰਦੇ ਨੂੰ ਵੜਨ ਨਹੀਂ ਦੇਣਾ। ਉੱਥੇ ਇਹੀ SHO ਬਲਜਿੰਦਰ ਸਿੰਘ ਉਹਨਾਂ ਕੋਲ ਆਇਆ ਔਰ ਆ ਕੇ ਉਹਨਾਂ ਨੂੰ ਦਬਕੇ ਮਾਰੇ ਕਿ ਤੁਸੀਂ ਇੱਥੇ ਨਾਕੇ ਕਿਉਂ ਲਾ ਰਹੇ ਹੋ, ਤੁਸੀਂ ਕੌਣ ਹੁੰਦੇ ਹੋ ਰਸਤਾ ਬੰਦ ਕਰਨ ਵਾਲੇ? ਕਿਉਂ ਗੱਲ ਕਰੇ? ਕਿਉਂਕਿ ਜਿਹੜੀ ਸ਼ਰਾਬ ਦੀ ਫੈਕਟਰੀ ਦੀ ਰਾਤ ਨੂੰ ਗੱਡੀਆਂ ਨਿਕਲਦੀਆਂ ਸੀ ਉਹ ਰਸਤੇ ਦੇ ਵਿੱਚੋਂ ਆਉਣੀਆਂ ਸੀ। ਜੇ ਮੁੰਡਿਆਂ ਨੇ ਉੱਥੇ ਨਾਕੇ ਲਾ ਕੇ ਬੈਠੇ ਹੁੰਦੇ ਉਹ ਭਾਂਡਾ ਉੱਥੋਂ ਉਹਨਾਂ ਦਾ ਭੱਜ ਜਾਣਾ ਸੀ। ਇਸ ਲਈ ਜਿਹੜਾ ਹੈਗਾ ਇਹ ਸਾਰੇ ਜਾਣੇ ਇਸ ਕਾਲੇ ਕਾਰੋਬਾਰ ਦੇ ਵਿੱਚ ਸਿਰਫ ਇਹ ਇੱਕ ਸਮਝ ਲਾ ਵੀ ਇੱਕ ਉਹ ਬੀਬੀ ਨੂੰ ਫੜਿਆ, ਉਹਦਾ ਮੇਰਾ ਖਿਆਲ ਇਸ ਨਕਲੀ ਸ਼ਰਾਬ ਦੇ ਵਿੱਚ ਉਹਦਾ ਪਤੀ ਵੀ ਮਾਰਿਆ ਗਿਆ। ਕੀ ਨਾਂ ਸੀ ਉਹਨੂੰ ਕਹਿੰਦੇ ਆ? ਬਲਜਿੰਦਰ ਕੌਰ ਦਾ ਹਸਬੰਦ। ਬਲਜਿੰਦਰ ਕੌਰ, ਹਾਂ ਉਹਨੇ ਉਹਦਾ ਨਾਂ ਕੁਝ ਹੋਰ ਕਹਿੰਦੇ ਆ ਉਹਨੂੰ, ਪੱਟਿਆਂ ਵਾਲੀ ਜਾਂ ਘਰ ਪੱਟਣ ਵਾਲੀ, ਕੁਛ ਏਦਾਂ ਦੀ ਉਹਨੂੰ ਪੱਟਿਆਂ ਵਾਲੀ ਕਹਿੰਦੇ ਆ ਸ਼ਾਇਦ। ਉਹ ਪੱਟਿਆਂ ਵਾਲੀ ਨਹੀਂ, ਉਹ ਘਰ ਪੱਟਣ ਵਾਲੀ ਆ ਲੋਕਾਂ ਦੇ, ਇਸ ਲਈ ਉਹਨੂੰ ਉਹ ਨਾਂ ਪਾਇਆ। ਉਹਦਾ ਆਪਦਾ ਪਤੀ ਵੀ ਗਿਆ ਇਸ ਸ਼ਰਾਬ ਪੀ ਕੇ ਇਸ ਐਪੀਸੋਡ ਦੇ ਵਿੱਚ। ਦੁੱਖ ਦੀ ਗੱਲ ਆ, ਪਰ ਮੈਂ ਸਮਝਦਾ ਕਿ ਉਦਾਂ ਦੀਆਂ ਪੱਟਿਆਂ ਵਾਲੀਆਂ ਫੜਨ ਦੇ ਨਾਲ ਜਾਂ ਇਦਾਂ ਦੇ ਜਿਹੜੇ ਛੋਟੇ ਹੈਗੇ ਆ ਇਦਾਂ ਦੇ ਫੜਨ ਦੇ ਨਾਲ ਇਹ ਜਿਹੜੇ ਕਾਲੇ ਕਾਰੋਬਾਰ ਨੇ ਇਹ ਖਤਮ ਨਹੀਂ ਹੋਣੇ ਜਿੰਨਾ ਚਿਰ ਵੱਡੇ ਮਗਰਮੱਛ ਜਿਹੜੇ ਨੇ ਇਹਨੂੰ ਚਲਾਉਣ ਵਾਲੇ, ਜਿਹੜੇ ਕਿ ਰਾਤੋਂ ਰਾਤ ਆ ਤੁਸੀਂ ਦੇਖ ਲਓ ਕਿ ਇੱਕ MLA ਆ ਸਾਡੇ ਪੈਲ ਵਾਲੀ ਸਾਈਡ ਦਾ, ਕਹਿੰਦੇ 10-10 ਕਿੱਲੇ ਉਹਨੇ ਪਤਾ ਨਹੀਂ ਕਿੱਥੇ 2 ਸਾਲਾਂ ਦੇ ਵਿੱਚ ਹੀ ਲੈ ਲਏ। ਔਰ ਇਹਦਾ ਕਾਰਨ ਇਹੀ ਆ ਕਿ ਜਿਹੜੀ ਨਕਲੀ ਸ਼ਰਾਬ ਦੇ ਵਿੱਚ ਅਥਾਹ ਕਮਾਈ, ਬੇਅਥਾਹ ਕਮਾਈ। ਔਰ ਇਹ ਸੋਚਦੇ ਆ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ, ਬਿਲਕੁਲ ਨਹੀਂ, ਇਹ ਸੋਚਦੇ ਆ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅਸੀਂ
ਬੇਅਥਾ ਜਿਹੜਾ ਹੈਗਾ ਹਰਬੇ ਜਰਬੇ ਦੇ ਨਾਲ ਧਨ ਇਕੱਠਾ ਕਰਕੇ ਲੋਕਾਂ ਨੂੰ ਫਿਰ ਸ਼ਰਾਬ ਪਿਲਾ ਕੇ, ਉਹੀ ਨਕਲੀ ਸ਼ਰਾਬ ਪਿਲਾ ਕੇ ਅਸੀਂ ਹੋਰ ਵੋਟਾਂ ਲੈ ਕੇ ਜਿੱਤ ਜਾਣਾ, ਲੋਕਾਂ ਦਾ ਕੰਮ-ਕੁਮ ਕਰਨ ਦੀ ਲੋੜ ਨਹੀਂ। ਪਰ ਮੈਂ ਸਮਝਦਾ ਕਿ ਇਹ ਇਹਨਾਂ ਦਾ ਭੁਲੇਖਾ, ਹੁਣ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਜਾਗਰਤ ਹੋ ਰਹੇ ਆ ਔਰ ਇਹਨਾਂ ਨੂੰ ਤੁਸੀਂ ਦੇਖਿਓ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਨਹੀਂ ਦੇਣਾ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਜਿਹੜਾ ਹੈਗਾ ਸੀ ਚਿੱਟਾ ਅਕਾਲੀਆਂ ਨੇ ਘਰ ਪੱਟਤੇ ਪੂਰੇ ਪੰਜਾਬ ਦੇ, ਔਰ ਇਹਨਾਂ ਨੇ ਨਕਲੀ ਸ਼ਰਾਬ ਦੇ ਨਾਲ ਘਰ ਪੱਟਤੇ। ਅਕਾਲੀ ਸਰਕਾਰ ਦੌਰਾਨ ਜਦ ਚਿੱਟੇ ਦੇ ਇਲਜ਼ਾਮ ਲੱਗਦੇ ਸੀ ਇਹਨਾਂ ਤੇ, ਉਦੋਂ ਵੀ ਕੋਈ ਵੱਡਾ ਬੰਦਾ ਨਹੀਂ ਫੜਿਆ, ਬਿਲਕੁਲ ਵੱਡਾ ਬੰਦਾ ਨਹੀਂ ਫੜਿਆ ਗਿਆ। ਸਿਰਫ ਤੇ ਸਿਰਫ ਇੱਕ ਸਮਝ ਲਾ ਵੀ ਥੱਲੇ ਵਾਲੇ ਬੰਦਿਆਂ ਨੂੰ ਫੜ ਕੇ ਖਾਨਾ ਪੂਰਤੀ ਕੀਤੀ ਜਾਂਦੀ ਆ। ਔਰ ਤੁਸੀਂ ਦੇਖੋ ਕਿ ਚਿੱਟੇ ਦੇ ਜਿਹੜੇ ਹੈਗੇ ਆ ਇਕੱਲੇ ਕਰੋਸਿਨ ਦੀਆਂ ਗੋਲੀਆਂ ਕੁੱਟ ਕੇ 10-10 15-15 ਉਹ ਐਸਐਚਓ ਆਮ ਲੋਕ ਪਾਉਂਦੇ ਰਹੇ ਆ, ਜਿਹੜੇ ਆਮ ਗਰੀਬ ਬੰਦੇ ਆ ਉਹਨਾਂ ਤੇ ਗੋਲੀਆਂ ਕੁੱਟ ਕੇ ਪਾਉਂਦੇ ਰਹੇ ਆ। ਔਰ ਹੁਣ ਵੀ ਤੁਸੀਂ ਦੇਖੋ ਕਿ ਆ ਸ਼ਰਾਬ ਦੇ ਮਾਮਲੇ ਦੇ ਵਿੱਚ ਜਿਹੜੀ ਫੜੋ ਫੜਾਈ ਹੋ ਰਹੀ ਆ, ਤੁਸੀਂ ਇੱਕ ਨਿਊਟਰਲ ਹੋ ਕੇ ਉਹਨਾਂ ਦੀ ਦੇਖਿਓ ਕਿ ਉਹ ਕੌਣ ਨੇ। ਉਹ ਵਿਚਾਰੇ ਕਿਸੇ ਨੂੰ ਕਹਿੰਦੇ ਆ ਵੀ ਇਹ ਪਹਿਲਾਂ ਵੇਚਦਾ ਸੀ। ਹੁਣ ਇੱਕ ਮੰਡੀ ਗੋਬਿੰਦਗੜ੍ਹ ਦਾ ਕੱਲ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦਾ ਜੀ 2 ਸਾਲ ਪਹਿਲਾਂ ਮੈਂ ਬਿਲਕੁਲ ਵੇਚਦਾ ਸੀ, ਪਰ ਮੈਂ 2 ਸਾਲਾਂ ਤੋਂ ਮੈਂ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ 2 ਸਾਲਾਂ ਤੋਂ ਇੱਕ ਵੀ ਬੋਤਲ ਕਹਿੰਦਾ ਮੈਂ ਨਹੀਂ ਵੇਚੀ। ਪਰ ਕਹਿੰਦਾ ਮੈਨੂੰ ਕਹਿੰਦਾ ਥਾਣੇ ਬੁਲਾਇਆ ਗਿਆ, ਮੰਡੀ ਗੋਬਿੰਦਗੜ੍ਹ ਦੇ ਥਾਣੇ ਬੁਲਾ ਕੇ ਮੇਰੇ ਤੇ ਪਰਚਾ ਪਾਇਆ ਗਿਆ। ਫਿਰ ਪਰਚਾ ਪਾ ਕੇ ਮੈਨੂੰ ਘਰੋਂ ਭੇਜਿਆ ਵੀ ਤੂੰ ਆਪਣੀ ਗੱਡੀ ਲੈ ਕੇ ਆ। ਕਹਿੰਦਾ ਉਹ ਗੱਡੀ ਦੇ ਵਿੱਚ ਪਾਇਆ ਕਿ ਗੱਡੀ ਸ਼ਰਾਬ ਇਹਦੇ ਚ ਬੋਤਲਾਂ ਰੱਖ ਕੇ ਲੈ ਕੇ ਆ ਰਿਹਾ ਸੀ। ਕਹਿੰਦਾ ਉਹ ਗੱਡੀ ਵੀ ਇਹਨਾਂ ਨੇ ਥਾਣੇ ਖੜੀ ਕਰ ਲਈ, ਗੱਡੀ ਆਪ ਚਲਾ ਕੇ, ਗੱਡੀ ਆਪ ਲੈ ਕੇ ਆਇਆ ਉਹ ਥਾਣੇ ਬੰਦਾ, ਔਰ ਉਹਦੀ ਗੱਡੀ ਵੀ ਉੱਥੇ ਵਿਚਾਰੇ ਦੀ ਖੜੀ ਕਰ ਲਈ, ਵਿੱਚ ਸ਼ਰਾਬ ਦੀਆਂ ਬੋਤਲਾਂ ਸੀ। ਪਰ ਅਸੀਂ ਇਸ ਲਈ ਨਹੀਂ ਬੋਲੇ ਕਿ ਕਿਤੇ ਸਾਡੇ ਇਸ ਬੋਲਣ ਦੇ ਨਾਲ ਜਿਹੜੀ ਸਾਡੀ ਮਹਾਨ ਪੰਜਾਬ ਪੁਲਿਸ ਦੀ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ ਕਿਤੇ ਉਹਨੂੰ ਖੋਰਾ ਨਾ ਲੱਗ ਜਾਵੇ। ਅਸੀਂ ਇਸ ਲਈ ਇਸ ਮਾਮਲੇ ਤੇ ਮਨੋਬਲ ਵੀ ਡਿੱਗ ਸਕਦਾ, ਇਸ ਲਈ ਅਸੀਂ ਇਸ ਗੱਲ ਨੂੰ ਥੋੜਾ ਜਿਹਾ ਕੰਟਰੋਲ 'ਚ ਰੱਖ ਲਿਆ ਕਿ ਭਾਈ ਜੇ ਤੂੰ 2 ਸਾਲ ਪਹਿਲਾਂ ਵੇਚਦਾ ਸੀ ਤਾਂ ਕਿਤੇ ਨਾ ਕਿਤੇ ਤੂੰ ਸਜ਼ਾ ਦਾ ਹੱਕਦਾਰ ਆ। ਪਰ ਮੈਂ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਬੰਦੇ ਸਹੀ ਰਾਹ ਤੇ ਚੱਲਣਾ ਚਾਹੁੰਦੇ ਆ ਕਿ ਉਹਨਾਂ ਕੋਲ ਕੋਈ ਰਾਹ ਹੈ ਨਹੀਂ, ਤੁਸੀਂ ਉਹਨਾਂ ਦੇ ਰਾਹ ਸਾਰੇ ਬੰਦ ਕਰ ਦਿੱਤੇ। ਇਹ ਚੀਜ਼ਾਂ ਪੁਲਿਸ ਨੂੰ ਸਮਝਣੀਆਂ ਚਾਹੀਦੀਆਂ ਨੇ, ਕਿਉਂਕਿ ਤੁਸੀਂ ਵੀ ਇਸੇ ਸਮਾਜ ਦਾ ਹਿੱਸਾ ਹੋ। ਗਿਆਸਪੁਰਾ ਸਾਹਿਬ, ਅਕਾਲੀਆਂ ਦੇ ਬੜੇ ਬਿਆਨ ਆ ਰਹੇ ਆ ਰੋਜ਼ਾਨਾ ਸ਼ਰਾਬ ਨੂੰ ਲੈ ਕੇ, ਤਾਂ ਜਿਹੜੀ ਬਲਵਿੰਦਰ ਕੌਰ ਫੜੀ ਗਈ ਆ ਉਹ BBC ਦੀ ਇੱਕ ਖਬਰ ਦੇ ਮੁਤਾਬਕ ਕਿ ਉਹ ਪਿਛਲੇ 2 ਦਹਾਕਿਆਂ ਤੋਂ ਕੰਮ ਕਰ ਰਹੀ ਹੈ। ਤਾਂ ਇਹਦਾ ਮਤਲਬ 10 ਸਾਲ ਤਾਂ ਉਹਨੇ ਸੁਖਬੀਰ ਉਹਨਾਂ ਦੀ ਸਰਕਾਰ 'ਚ ਵੀ ਲਾਇਆ, ਉਹ ਤੋਂ ਪਹਿਲਾਂ ਦੀ ਮਤਲਬ ਪਿਛਲੀ ਸਰਕਾਰ ਕੈਪਟਨ ਦੀ ਉੱਥੋਂ ਦੀ ਉਹਦੀ ਚੇਨ ਜੁੜ ਰਹੀ ਵੀ ਉਸ ਸਮੇਂ ਦੀ ਉਹ ਕੰਮ ਕਰਦੀ ਆ ਰਹੀ ਹੈ। ਤਾਂ ਜਿਹੜਾ ਅੱਜ ਅਕਾਲੀਆਂ ਦਾ ਰੌਲਾ ਪਾਉਣਾ ਸ਼ਰਾਬ ਨੂੰ ਲੈ ਕੇ, ਕਦੀ ਸੁਖਬੀਰ ਬਾਦਲ ਦਾ ਬਿਆਨ ਆ ਰਿਹਾ, ਕਦੀ ਮਜੀਠੀਆ ਸਾਹਿਬ ਦਾ ਆ ਰਿਹਾ, ਕਦੀ ਕਿਸੇ ਦਾ ਆ ਰਿਹਾ, ਤਾਂ ਤੁਸੀਂ ਇਹਨਾਂ ਦੇ ਰੌਲੇ ਰੱਪੇ ਨੂੰ ਕਿਸ ਕਿਸਮ ਨਾਲ ਜਾਣਦੇ ਹੋ ਵੀ ਇਹਨਾਂ ਦਾ ਰੌਲਾ ਪਾਉਣਾ ਜਾਇਜ਼ ਆ? ਦੇਖੋ ਜੀ, ਜਿਹੜਾ ਇਹਨਾਂ ਦਾ ਰੌਲਾ, ਉਹ ਮੈਂ ਤੁਹਾਨੂੰ ਇੱਕ ਸ਼ੁਰੂ ਦੇ ਵਿੱਚ ਇੱਕ ਗੱਲ ਦੱਸੀ ਸੀ ਕਿ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ ਉਹ ਹੈਗੀਆਂ ਨੇ ਆਪਣੀਆਂ ਕਾਂਗਰਸੀਆਂ ਦੀਆਂ, ਜਿਹੜਾ ਉਹਨਾਂ ਨੂੰ ਕੱਚਾ ਮਾਲ ਸਪਲਾਈ ਕਰਦੇ ਨੇ ਅਕਾਲੀ ਨੇ। ਦਰਸ਼ਨ ਸਿੰਘ ਪੱਥਰੀ ਦਾ ਮੈਂ ਹੁਣੇ ਤੁਹਾਨੂੰ ਉਦਾਹਰਨ ਦੇ ਕੇ ਹਟਿਆ। ਇਸੇ ਮਾਮਲੇ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਸਮਗਲਰ ਨੇ, ਜਿਹੜੇ ਸ਼ਰਾਬ ਵੇਚਦੇ ਨੇ, ਜਿਹੜੇ ਛੋਟੇ ਲੈਵਲ ਦੇ ਬੰਦੇ ਨੇ, ਜਿਹੜੀਆਂ ਫੈਕਟਰੀਆਂ ਹੁੰਦੀਆਂ ਨੇ ਪਿੱਛੇ ਵਾਲੀਆਂ, ਉਹ ਜਿਉਂ-ਜਿਉਂ ਪਾਰਟੀ ਬਦਲਦੀ ਆ ਤਿਉਂ-ਤਿਉਂ ਫੈਕਟਰੀ ਦਾ ਓਨਰ ਚੇਂਜ ਹੋ ਜਾਂਦਾ। ਜੇ ਕਾਂਗਰਸ ਦੀ ਹੈਗੀ ਆ ਤਾਂ ਕਾਂਗਰਸ ਵਾਲਾ ਓਨਰ ਹੋ ਜਾਂਦਾ, ਜੇ ਅਕਾਲੀਆਂ ਦੀ ਹੈਗੀ ਆ ਸਰਕਾਰ ਦਾ ਅਕਾਲੀਆਂ ਦਾ ਓਨਰ ਹੋ ਜਾਂਦਾ। ਪਰ ਜਿਹੜੇ ਉਹਨਾਂ ਦੇ ਅੱਗੇ ਲੱਗੇ ਹੋਏ ਕਰਿੰਦੇ ਨੇ, ਜਿਹੜੇ ਘਰ-ਘਰ ਡਿਲੀਵਰੀ ਦਿੰਦੇ ਨੇ, ਉਹ ਜਿਹੜੇ ਬੰਦੇ ਨੇ ਜਦੋਂ ਸਰਕਾਰ ਪਲਟੀ ਮਾਰਦੀ ਆ ਤਾਂ ਉਹ ਬੰਦੇ ਵੀ ਪਲਟੀ ਮਾਰ ਜਾਂਦੇ ਨੇ, ਉਹ ਸਰਕਾਰ ਦੇ ਨਾਲ ਆ ਕੇ ਖੜੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਕੋਲ ਉਦੋਂ ਇੱਕ ਨਵਾਂ ਬੰਦਾ ਪੈਦਾ ਹੋ ਜਾਂਦਾ, ਇੱਕ ਅਕਾਲੀ ਦੇਣਾ ਸ਼ੁਰੂ ਕਰ ਦਿੰਦਾ ਉਹਨੂੰ ਨਕਲੀ ਸ਼ਰਾਬ। ਜਦੋਂ ਕਾਂਗਰਸ ਦੀ ਰਾਜ ਹੁੰਦੀ ਆ ਤਾਂ ਕਾਂਗਰਸੀ ਜਿਹੜਾ ਹੈਗਾ ਉਹਨੂੰ ਨਕਲੀ ਸ਼ਰਾਬ ਦੇਣੀ ਸ਼ੁਰੂ ਹੋ ਜਾਂਦਾ। ਇਸ ਲਈ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਕਿ ਜਦੋਂ ਸਰਕਾਰ ਚੇਂਜ ਹੁੰਦੀ ਆ ਉਸੇ ਦੇ ਨਾਲ ਆ ਕੇ ਉਸੇ ਦੇ ਨਾਲ ਧਿਰ ਬਣ ਕੇ ਖੜ ਜਾਂਦੇ ਆ। ਔਰ ਜਿਹੜਾ ਇਹ ਅਕਾਲੀਆਂ ਨੇ ਇਹ ਗੱਲ ਕਰ ਰਹੇ ਅੱਜ, ਮੈਂ ਸਮਝਦਾ ਕਿ ਇਹਨਾਂ ਨੂੰ ਆਪਣੇ ਪੀੜੀ ਥੱਲੇ ਸੋਟਾ ਮਾਰ ਕੇ ਦੇਖ ਲੈਣਾ ਚਾਹੀਦਾ। ਭਾਈ ਤੁਸੀਂ ਲੋਕਾਂ ਦੇ ਕਿੰਨੇ ਘਰ ਉਜਾੜੇ ਨੇ, ਸ਼ਰਾਬ ਦੇ ਨਾਲ ਉਜਾੜੇ ਨੇ, ਤੁਸੀਂ ਚਿੱਟੇ ਦੇ ਨਾਲ ਉਜਾੜੇ ਨੇ, ਗੋਲੀਆਂ ਨਾਲ ਉਜਾੜੇ ਨੇ, ਟੀਕਿਆਂ ਨਾਲ ਉਜਾੜੇ ਨੇ। ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਰਗਨਾ ਜਿਹੜਾ ਕਿ ਇੱਕ ਮੈਂ ਸਮਝਦਾ ਕੇਜਰੀਵਾਲ ਨੇ ਬੇਸ਼ੱਕ ਮਾਫੀ ਮੰਗ ਲਈ, ਪਰ ਅੱਜ ਵੀ ਲੋਕ ਮਜੀਠੀਏ ਦੇ ਨਾਂ ਤੇ ਜਦੋਂ ਹੈਗਾ ਤਾਂ ਚਿੱਟੇ ਦੀਆਂ ਆਵਾਜ਼ਾਂ ਲੋਕ ਕੱਢਦੇ ਨੇ। ਇਹ ਕਦੇ ਵੀ ਜਿਹੜਾ ਦਾਗ ਆ ਇਹ ਖਤਮ ਨਹੀਂ ਹੋਣਾ ਜਿੰਨਾ ਚਿਰ ਇਹ ਸਾਰੇ ਚੀਜ਼ ਦੀ ਇਨਵੈਸਟੀਗੇਸ਼ਨ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ। ਸੋ ਲੋਕ ਇਹਨਾਂ ਨੂੰ ਜਾਣਦੇ ਨੇ, ਸਾਰੇ ਲੋਕਾਂ ਨੂੰ। ਗਿਆਸਪੁਰਾ ਸਾਹਿਬ, ਇੱਕ ਤੁਸੀਂ ਮੁੱਦਾ ਚੱਕਿਆ ਸੀ, SHO ਬਲਜਿੰਦਰ ਸਿੰਘ ਦਾ ਜ਼ਿਕਰ ਆਇਆ 2-3 ਵਾਰੀ। ਹਾਂਜੀ, ਤਾਂ ਜਿਹੜੇ ਪਿਓ ਪੁੱਤ ਨੂੰ ਤੇ ਇੱਕ ਸੀਰੀ ਨੂੰ ਨੰਗਾ ਕੀਤਾ ਗਿਆ, ਉਹ ਐਪੀਸੋਡ ਕੀ ਸੀ? ਕਿਉਂਕਿ ਜੋਗੀ ਦੇ ਉੱਪਰ ਵੀ ਕੁਝ ਤਰੀਕੇ ਦੇ ਇਲਜ਼ਾਮ ਪੁਲਿਸ ਵੱਲੋਂ ਵੀ ਲੱਗ ਰਹੇ ਆ ਜਾਂ ਆਮ ਲੋਕਾਂ ਵੱਲੋਂ ਵੀ ਉਹਦੇ ਖਿਲਾਫ ਕੁਝ ਬੋਲਿਆ ਜਾ ਰਿਹਾ, ਤਾਂ ਉਹ ਐਪੀਸੋਡ ਕੀ ਸੀ? ਪੂਰਾ ਐਪੀਸੋਡ ਕੀ ਸੀ ਜਿਹੜਾ ਉਹਨੂੰ ਨੰਗਾ ਕਰਕੇ ਕੁੱਟਿਆ ਗਿਆ ਜਾਂ ਜੋ ਵੀ ਕੀਤਾ? ਵੀਡੀਓ ਵਾਇਰਲ SHO ਵਾਇਰਲ ਕਰ ਨਹੀਂ ਸਕਦਾ ਖੁਦ ਆਪਣੇ ਖਿਲਾਫ।
ਦੇਖੋ ਜਿਹੜੀ ਇਹ ਜੋਗੀ ਵਾਲਾ ਐਪੀਸੋਡ ਸੀਗਾ, ਇਹਦੇ ਵਿੱਚ ਕੀ ਹੈਗਾ ਕਿ ਇੱਕ ਤੁਹਾਨੂੰ ਪਤਾ ਹੋਣਾ ਕਿ ਇੱਕ ਗਾਂਧੀ ਗਰੁੱਪ ਸੀਗਾ ਪੰਜਾਬ ਦੇ ਵਿੱਚ ਕਿਸੇ ਟਾਈਮ ਦੇ ਉੱਤੇ, ਜਿਹੜਾ ਕਿ ਬੜੀ ਇੱਕ ਪਾਵਰ ਰੱਖਦਾ ਸੀ ਜੀ। ਇਸ ਗਾਂਧੀ ਗਰੁੱਪ ਦੇ ਵਿੱਚ ਜਗਪਾਲ ਸਿੰਘ ਜੋਗੀ ਜੀ ਵੀ ਸੀਗੇ ਜੀ, ਔਰ ਤੁਸੀਂ ਦੇਖ ਲਓ ਕਿ ਦਰਾਹੇ ਵਾਲਾ ਰੂਬਲ ਇਹਨਾਂ ਦੇ ਨਾਲ ਹਮਦਰਦ ਸੀ, ਤੇ ਇੱਕ ਖੰਨੇ ਤੋਂ ਹੀ ਉਹ ਆਪਣਾ ਕੀ ਕਹਿੰਦੇ ਉਹਨਾਂ ਦਾ ਨਾਮ ਯਾਦਵਿੰਦਰ ਸਿੰਘ ਯਾਦੂ ਜੀ, ਇਹ ਜਿਹੜੇ ਸੀਗੇ। ਤੇ ਇਹਦੇ ਨਾਲ ਇੱਕ ਨਾਲ ਜ਼ਰੂਰ ਮੈਂ ਨਾਮ ਵੀ ਚਲੋ ਲੈਣਾ ਚਾਹਾਂਗਾ, ਸਰਬਜੀਤ ਸਿੰਘ ਕੰਗ ਜੀ। ਇਹ ਸਾਰੇ ਜਾਣੇ ਇੱਕੋ ਹੀ ਉਸੇ ਗਾਂਧੀ ਗਰੁੱਪ ਦੇ ਵਿੱਚੋਂ ਸੀ। ਠੀਕ ਹੈ ਜੀ। ਇਹਦੇ ਵਿੱਚ ਵੀ ਕੀ ਹੋਇਆ ਕਿ ਇੱਕ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਇੱਕ ਵੀਡੀਓ ਬਣਦੀ ਆ, ਵੀਡੀਓ ਵਾਇਰਲ ਹੋ ਜਾਂਦੀ ਆ ਕਿ ਪਿਓ ਪੁੱਤ ਤੇ ਸੀਰੀ ਖੜੇ ਆ ਨੰਗੇ ਹੋਏ, ਉਹ ਕਹਿੰਦੇ ਜੀ ਥਾਣੇ 'ਚ ਬਣੀ ਆ ਤੇ ਬਲਜਿੰਦਰ ਨੇ ਕੀਤੀ ਆ ਜੀ। ਉਹਦੇ ਲਈ ਮੈਂ ਸਾਡਾ ਸਮੁੱਚਾ ਐਪੀਸੋਡ ਸੀ ਕਿ ਜਿਹੜਾ ਆਪਣਾ ਜੋਗੀ ਜੀ ਆ, ਇਹਨਾਂ ਦਾ ਜ਼ਮੀਨ ਦਾ ਝਗੜਾ ਸੀ ਰੂਬਲ ਦੇ ਨਾਲ ਜੀ। ਰੂਬਲ ਜਿਹੜਾ ਦਰਾਹੇ ਵਾਲਾ ਜੀ, ਤੇ ਰੂਬਲ ਕਾਂਗਰਸ ਪਾਰਟੀ ਦੇ ਵਿੱਚ ਸੀ, ਸੱਤਾ ਦੇ ਵਿੱਚ ਸੀ, ਔਰ ਜਿਹੜਾ ਸੀ ਜੋਗੀ ਬੇਸ਼ੱਕ ਇਕੱਠੇ ਰਹੇ ਸੀ ਪਰ ਜੋਗੀ ਅਕਾਲੀ ਦਲ ਦੇ ਵਿੱਚ ਸੀ, ਕਿਉਂਕਿ ਜਦੋਂ ਗਾਂਧੀ ਮਰ ਗਿਆ ਤਾਂ ਸਾਰੇ ਅਲੱਗ-ਅਲੱਗ ਪਾਰਟੀਆਂ ਦੇ ਖਿੰਡ ਗਏ, ਧੜੇ ਬਣ ਗਏ। ਤੇ ਉਸ ਦੇ ਲਈ ਕਿਉਂਕਿ ਰੂਬਲ ਵੀ ਜਾਣਦਾ ਸੀ ਕਿ ਮੈਂ ਜੇ ਸਿੱਧਾ ਜਾ ਕੇ ਉਹਦੇ ਨਾਲ ਜੋਗੀ ਦੇ ਨਾਲ ਜੇ ਸਿੱਧਾ ਟਕਰਾਅ ਕਰਾਂਗਾ ਤਾਂ ਕਿਤੇ ਨਾ ਕਿਤੇ ਮੇਰਾ ਨੁਕਸਾਨ ਹੈ, ਤੇ ਉਹਨੇ ਸਹਾਰਾ ਲਿਆ ਪੁਲਿਸ ਦਾ ਜੀ। ਉਸ ਗੱਲ ਦੇ ਵਿੱਚ ਮੈਂ ਨਹੀਂ ਜਾਂਦਾ ਕਿ ਜ਼ਮੀਨ ਰੂਬਲ ਦੀ ਵੱਧ ਸੀ ਜਾਂ ਇਹਦੀ ਵੱਧ ਸੀ, ਕਿਉਂਕਿ ਇਹ ਜਿਹੜੇ ਹੁੰਦੇ ਆ ਝਗੜਿਆਂ ਦੇ ਵਿੱਚ ਸਾਨੂੰ ਨਹੀਂ ਪਤਾ ਹੁੰਦਾ ਕੀ ਗੱਲ ਕੀ ਹੈਗੀ ਹੈ, ਕੋਰਟ ਦੀਆਂ ਗੱਲਾਂ ਨੇ ਸਾਰੀਆਂ। ਪਰ ਉਹਨੇ ਜਦੋਂ ਪੁਲਿਸ ਦਾ ਸਹਾਰਾ ਲਿਆ ਤੇ ਪੁਲਿਸ ਪਾਰਟੀ ਜਦੋਂ ਉੱਥੇ ਪਹੁੰਚਦੀ ਆ ਖੇਤ ਦੇ ਵਿੱਚ, ਕਿਤੇ ਨਾ ਕਿਤੇ ਉੱਥੇ ਜੋ ਪਤਾ ਲੱਗਦਾ ਕਿ ਜੋਗੀ ਨਾਲ ਤਕਰਾਰ ਹੁੰਦਾ ਪੁਲਿਸ ਵਾਲਿਆਂ ਦਾ ਜੀ। ਤਕਰਾਰ ਹੁੰਦਾ ਤੇ ਪੁਲਿਸ ਇਹਨਾਂ ਨੂੰ, ਜੋਗੀ ਨੂੰ ਤੇ ਉਹਦੇ ਬੇਟੇ ਨੂੰ, ਨਾਬਾਲਗ ਨੂੰ, ਤੇ ਜਿਹੜਾ ਹੈਗਾ ਸੀ ਉਹਨਾਂ ਦਾ ਸੀਰੀ ਜੀ ਸੰਤ, ਉਹਨੂੰ ਲੈ ਜਾਂਦੀ ਆ ਥਾਣੇ ਦੇ ਵਿੱਚ। ਥਾਣੇ ਵਿੱਚ ਲਿਜਾ ਕੇ, ਕਿਉਂਕਿ ਪੁਲਿਸ ਜਿਹੜਾ ਹੈਗਾ ਇਹ ਬਲਜਿੰਦਰ ਸਿੰਘ SHO, ਇਹ ਪਹਿਲਾਂ CA ਸਟਾਫ ਦੇ ਵਿੱਚ ਵੀ ਲੱਗਿਆ ਰਿਹਾ ਜੀ। CA ਸਟਾਫ ਵਾਲਿਆਂ ਦਾ ਪਹਿਲਾ ਕੰਮ ਹੀ ਆ ਕਿ ਬੰਦੇ ਨੂੰ ਜਦੋਂ ਲੈ ਕੇ ਜਾਣਾ ਕਿ ਭਾਈ ਕੱਪੜੇ ਉਤਾਰ। ਮੈਨੂੰ ਵੀ ਅੱਜ ਤੋਂ 4 ਸਾਲ ਪਹਿਲਾਂ CA ਸਟਾਫ ਵਿੱਚ ਲੈ ਕੇ ਗਏ ਸੀ ਕਿ ਜੀ ਤੂੰ ਭਿੰਡਰਾਂ ਵਾਲਿਆਂ ਦੀਆਂ ਸ਼ਰਟਾਂ ਬਾਰੇ ਮੇਰੇ ਤੋਂ ਪੁੱਛ-ਗਿੱਛ ਕਰਨੀ ਹੈ। ਮੇਰਾ ਵੀ ਸਭ ਤੋਂ ਪਹਿਲਾਂ ਉੱਥੇ ਕੱਛਾ ਤੱਕ ਲਹਾਇਆ ਗਿਆ। ਮੈਂ ਦੇਖੋ ਇਸ ਗੱਲ ਲਈ ਕੋਈ ਆਪਾਂ ਝੂਠ ਨਹੀਂ ਹੈ ਇਸ ਗੱਲ ਲਈ। ਪੁਲਿਸ ਜਿਹੜਾ ਹੈਗਾ ਇਹਨਾਂ ਦਾ ਪਤਾ ਨਹੀਂ ਉਹਨਾਂ ਨੂੰ DGP ਸਾਹਿਬ ਵੱਲੋਂ, ਮੁੱਖ ਮੰਤਰੀ ਸਾਹਿਬ ਵੱਲੋਂ ਇਹ ਕੀ ਦੇਖਣ ਦੀ ਹੈਗੀ ਆ ਵੀ ਤੁਸੀਂ ਉਹਨਾਂ ਦਾ ਦੇਖਣਾ, ਜਾਣੀ ਉਹ ਇੱਕ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਆ, ਉਹ ਵੀ ਇਸ ਚੀਜ਼ ਦਾ ਸਵਾਦ ਲੈਂਦੇ ਆ। ਹਾਂ, ਬੰਦੇ ਦੇ ਕੱਛਾ ਤੱਕ ਉਤਾਰ ਕੇ ਪਤਾ ਨਹੀਂ ਕੀ ਦੇਖਦੇ ਆ, ਰੱਬ ਜਾਣੇ ਜੀ। ਤੇ ਇਦਾਂ ਹੀ ਜਿਹੜਾ ਹੈਗਾ ਇਸ ਜੋਗੀ ਤੇ ਇਹਦੇ ਪਰਿਵਾਰ ਦੇ ਨਾਲ ਵੀ ਉਹਨਾਂ ਦੇ ਨਾਲ ਹੋਇਆ, ਤੇ ਉਹਨਾਂ ਨੇ ਉਸ ਚੀਜ਼ ਦੀ ਵੀਡੀਓ ਬਣਾਈ, ਔਰ ਉਹ ਵੀਡੀਓ ਬਣਾ ਕੇ ਵੀਡੀਓ ਮੈਨੂੰ ਤਾਂ ਜਿੱਥੇ ਤੱਕ ਲੱਗਦਾ ਕਿ ਇਸ ਲਈ ਬਣਾਈ ਕਿ ਇੱਕ ਵੀ ਜੀ ਗਾਂਧੀ ਗਰੁੱਪ ਦੇ ਬੰਦੇ ਨੂੰ ਅਸੀਂ ਨੰਗਾ ਕੀਤਾ। ਇਹ ਆਪਦੀ ਜਿਹੜੀ ਹੈਗੀ ਆ ਬਦਮਾਸ਼ੀ ਦਿਖਾਉਣ ਦੇ ਲਈ ਕਿ ਕਿਸੇ ਨਾਲ ਮੈਂ ਗੱਲ ਕਰੂੰਗਾ, ਦੇਖੋ ਗਾਂਧੀ ਗਰੁੱਪ ਦੇ ਬੰਦੇ ਨੂੰ ਮੈਂ ਨੰਗਾ ਕੀਤਾ। ਔਰ ਇਹ ਤੋਂ ਬਾਅਦ ਇਹ ਵੀਡੀਓ ਇਹਨਾਂ ਦੇ ਕੋਲ ਸੀਗੀ ਜੀ। ਲੋਕਡਾਊਨ ਹੋ ਗਿਆ, ਲੋਕਡਾਊਨ ਦੇ ਵਿੱਚ ਇੱਕ ਰਾਸ਼ਨ ਦੀ ਵੰਡ ਨੂੰ ਲੈ ਕੇ ਜੀ ਅਕਾਲੀ ਦਲ ਦਾ ਜਿਹੜਾ ਹੈਗਾ ਲੀਡਰ, ਉਹਦਾ ਤੇ ਕਾਂਗਰਸ ਵਾਲਿਆਂ ਦਾ ਆਪਸ ਦੇ ਵਿੱਚ ਪੇਚਾ ਪੈ ਗਿਆ। ਅਕਾਲੀ ਦਲ ਦਾ ਲੀਡਰ ਕਿਹੜਾ? ਅਕਾਲੀ ਦਲ ਦਾ ਜਿਹੜਾ ਹੈਗਾ ਯਾਦਵਿੰਦਰ ਸਿੰਘ ਜੀ, ਉਹਨਾਂ ਦਾ ਆਪਸ ਦੇ ਵਿੱਚ ਪੈ ਗਿਆ। ਤੇ ਉਹ ਜਦੋਂ ਪਿਆ ਤੇ ਇਸੇ ਬਲਜਿੰਦਰ ਨੇ, SHO ਬਲਜਿੰਦਰ ਨੇ ਉਹਦੇ ਤੇ ਧਾਰਮਿਕ ਭਾਵਨਾਵਾਂ ਕਰਨ ਦਾ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਯਾਦਵਿੰਦਰ ਤੇ। ਜਿੱਦਣ ਕੀਤਾ ਅਗਲੇ ਹੀ ਦਿਨ, ਕਿਉਂਕਿ ਉਹ ਯਾਦਵਿੰਦਰ ਜਿਹੜਾ ਇਹ ਸੀਗਾ ਬਲਜਿੰਦਰ ਹਰ ਪਾਰਟੀ ਦੇ ਨਾਲ, ਹਰ ਲੀਡਰ ਦੇ ਨਾਲ ਇਹ ਆਪਣੀ ਪੈਂਠ ਬਣਾ ਕੇ ਰੱਖਦਾ। ਇਹਨੇ ਅਕਾਲੀ ਦਲ ਦੇ ਵਿੱਚ ਵੀ ਇਹਦੇ ਸੈੱਲ ਨੇ, ਕਾਂਗਰਸ ਦੇ ਵਿੱਚ ਵੀ ਇਹਦੇ ਸੈੱਲ ਨੇ, ਇਹਦੇ ਕਿਤੇ ਨਾ ਕਿਤੇ ਹਰ ਪਾਰਟੀ ਦੇ ਵਿੱਚ ਇਹਨੇ ਆਪਣੀ ਪੈਂਠ ਬਣਾਈ ਹੋਈ ਆ ਜੀ। ਤੇ ਜਦੋਂ ਉਹ ਪਰਚਾ ਹੋਇਆ ਉਹਦੇ ਤੇ, ਉਹਨਾਂ ਨੇ ਬਲਜਿੰਦਰ ਤੇ ਹਮਲਾ ਕਰਨ ਦੇ ਲਈ ਇੱਕ ਕਿਸਮ ਦਾ ਉਹਨਾਂ ਨੇ ਜਿਹੜੀ ਇਹ ਵੀਡੀਓ ਸੀ ਉਹਨਾਂ ਕੋਲ ਜਿਹੜੀ ਸੀਗੀ ਇਹ ਇੱਕ ਵਾਇਰਲ ਕਰ ਦਿੱਤੀ। ਇਹ ਯਾਦਵਿੰਦਰ ਹੋਣਾ ਵੱਲੋਂ ਕੀਤੀ ਗਈ ਸੀ। ਮੈਂ ਜਿੱਥੇ ਤੱਕ ਮੈਨੂੰ ਇਸ ਗੱਲ ਦਾ ਜਿਹੜਾ ਅਸੈਸਮੈਂਟ ਹੈ ਕਿ ਇਹ ਪੁਲਿਸ ਦਾ ਵਿਸ਼ਾ ਵਾ ਕਿ ਪੁਲਿਸ ਇਸ ਗੱਲ ਨੂੰ ਇਨਵੈਸਟੀਗੇਸ਼ਨ ਕਰੇ, ਇਨਕੁਆਇਰੀ ਕਰੇ ਵੀ ਇਹ, ਤੇ ਉਹ ਜਦੋਂ ਕਰੀ ਕਿਉਂਕਿ ਉਹਦੀ ਟਾਈਮਿੰਗ ਸਾਰੀ ਚੀਜ਼ ਜਿਹੜੀ ਅਗਰ ਉਸ ਚੀਜ਼ ਨੂੰ ਆਪਾਂ ਦੇਖੀਏ ਤੇ ਉਹ ਸਾਰਾ ਕੁਝ ਇਸੇ ਫਰੇਮ ਦੇ ਵਿੱਚੋਂ ਨਿਕਲਦਾ। ਤੇ ਉਸ ਤੋਂ ਬਾਅਦ ਜਦੋਂ ਇਹ ਵਾਇਰਲ ਕਰੀ ਤੇ ਉਹ ਵੀਡੀਓ ਸੀਗੀ
ਉਹ ਮੇਰੇ ਵਰਗੇ ਕਮਲੇ ਦੇ ਹੱਥ ਲੱਗ ਗਈ ਜੀ। ਇਹਨਾਂ ਨੇ ਕਿਤੇ ਨਾ ਕਿਤੇ ਸੋਚਿਆ ਵੀ ਅਸੀਂ ਇੱਕ ਗਰੁੱਪ ਦੇ ਆ ਤੇ ਕੋਈ ਨਾ ਕੋਈ ਗੱਲ ਕਰ ਲਾਂਗੇ। ਜਦੋਂ ਮੇਰੇ ਵਰਗੇ ਕਮਲੇ ਦੇ ਹੱਥ ਲੱਗ ਗਈ ਤੇ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਸੀ ਪੂਰਾ ਵਰਲਡ ਲੈਵਲ ਤੇ ਉਸ ਗੱਲ ਨੂੰ ਲੈ ਕੇ ਗਏ ਕਿ ਇੱਕ ਗੁਰਸਿੱਖ ਬੰਦੇ ਨੂੰ ਤੁਸੀਂ ਥਾਣੇ ਦੇ ਵਿੱਚ ਲਿਜਾ ਕੇ ਸਿੱਖ ਨੇ ਕਿਸੇ ਨੂੰ ਵੀ ਚਲੋ ਕਿਸੇ ਨੂੰ ਵੀ ਲਿਜਾ ਕੇ ਉਹਦੇ ਪੁੱਤ ਦੇ ਸਾਹਮਣੇ ਪਿਓ ਨੂੰ ਨੰਗਾ ਕਰਨਾ, ਔਰ ਇੱਕ ਉਹ ਵਿਚਾਰਾ ਜਿਹੜਾ ਉਹਨਾਂ ਦੇ ਕੋਲੇ ਕੰਮ ਕਰਦਾ ਉਹਦਾ ਕੀ ਕਸੂਰ ਆ, ਉਹ ਅੱਜ ਇਹਦੇ ਨਾਲ ਸੀਰੀ ਰਲਿਆ ਹੋਇਆ, ਕੱਲ ਨੂੰ ਦੂਸਰੇ ਨਾਲ ਵੀ ਸੀਰੀ ਰਲ ਸਕਦਾ, ਉਹਨੂੰ ਨੰਗਾ ਕਰਨਾ। ਇੱਕ ਨਾਬਾਲਗ ਬੱਚੇ ਨੂੰ ਇੱਕ ਮਾਂ ਪਿਓ ਦੀ ਆਪਸ ਦੀ ਵਿੱਚ ਅੱਖਾਂ ਦੀ ਸ਼ਰਮ ਹੁੰਦੀ ਆ, ਉਹ ਸ਼ਰਮ ਨੂੰ ਹੀ ਤਾਰ-ਤਾਰ ਕਰ ਦੇਣਾ। ਔਰ ਇਹ ਚੀਜ਼ ਦੀ ਜਦੋਂ ਲੱਗੀ ਤੇ ਅਸੀਂ ਇਸ ਲਈ ਪ੍ਰੋਟੈਸਟ ਕੀਤਾ। ਉਹ ਜਦੋਂ ਜਿਹੜਾ ਹੈਗਾ ਸੀਗਾ ਅਸੀਂ ਤੁਹਾਡੇ ਸਾਹਮਣੇ ਵੀਡੀਓ ਆ ਗਈ, ਉਸ ਵੀਡੀਓ ਨੂੰ ਵਾਇਰਲ ਕੀਤਾ। ਵਾਇਰਲ ਕਰਨ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨੂੰ ਫਸਟ ਡੇ ਜਿੱਦਣ ਮਿਲਣ ਗਏ, ਮੈਂ ਜੋਗੀ ਜੀ ਦੇ ਘਰ ਆਪ ਗਿਆ, ਖੁਦ ਚੱਲ ਕੇ ਮੈਂ ਗਿਆ ਜੀ, ਔਰ ਖੁਦ ਚੱਲ ਕੇ ਗਿਆ ਤੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਤਾਂ ਗੱਡੀ 'ਚ ਬਿਠਾਇਆ ਜੀ, ਔਰ ਉਸ ਤੋਂ ਬਾਅਦ ਉੱਥੇ ਜਾ ਕੇ ਅਸੀਂ ਆਪ ਜਾ ਕੇ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਏ ਆ। ਜਗਪਾਲ ਸਿੰਘ ਜੀ ਗੱਡੀ ਚੋਂ ਨਹੀਂ ਉਤਰੇ, ਪਤਾ ਨਹੀਂ ਕੀ ਇਹਨਾਂ ਨੂੰ ਡਰ ਸੀ ਜਾਂ ਪੁਲਿਸ ਦਾ ਸੀ ਜਾਂ ਉਹ ਭੈਭੀਤ ਹੀ ਇੰਨੇ ਹੋਏ ਸੀ ਉਸ ਗੱਲ ਦਾ, ਨਹੀਂ ਉਤਰੇ ਉਹ। ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਅਸੀਂ ਇਸ ਲਈ ਲਗਾਤਾਰ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਿਨ ਪੂਰੀ ਪੁਲਿਸ ਮੈਂ ਹਾਂ ਹਰਜੀਤ ਸਿੰਘ ਦਾ ਟੈਗ ਲਾਇਆ ਹੋਇਆ ਸੀ, ਉਸ ਦਿਨ ਵੀ ਅਸੀਂ ਸੰਘਰਸ਼ ਕਰਦੇ ਕਰਦੇ ਸਾਨੂੰ ਅੰਦਰ ਬੁਲਾ ਲਿਆ ਐਸਐਸਪੀ ਸਾਹਿਬ ਨੇ। ਅਸੀਂ ਅੰਦਰ ਇਸ ਵਿਸ਼ੇ ਤੇ ਗੱਲ ਕੀਤੀ ਕਿ ਜਿਹੜਾ ਹੈਗਾ ਇਹਦੇ ਤੇ ਤੁਰੰਤ ਪਰਚਾ ਹੋਣਾ ਚਾਹੀਦਾ ਇਹ ਬੰਦੇ ਤੇ, ਔਰ ਉਦੋਂ ਹੀ ਇਹਨਾਂ ਨੇ ਉਸ ਦੀ ਫਿਰੋਜ਼ਪੁਰ ਰੇਂਜ ਦੇ ਵਿੱਚ ਬਦਲੀ ਕੀਤੀ ਸੀ। ਤੇ ਮੈਂ ਜਦੋਂ ਸਾਰੀ ਗੱਲ ਖਤਮ ਹੋਈ ਤੇ ਮੈਂ ਪੁੱਛਿਆ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇੱਥੇ ਮੈਂ ਹਾਂ ਹਰਜੀਤ ਸਿੰਘ ਨਾਮ ਪਲੇਟ ਕਿਉਂ ਲੱਗੀ ਹੋਈ ਆ ਤੁਸੀਂ ਆਪਦੇ ਨਾਂ ਤੇ, ਸਾਰਿਆਂ ਨੇ ਹਰਜੀਤ ਸਿੰਘ ਕਿਉਂ ਲਾਇਆ? ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਅਸੀਂ ਅੱਜ ਉਹ ਹਰਜੀਤ ਸਿੰਘ ਜਿਹਦਾ ਨਿਹੰਗ ਸਿੰਘ ਨੇ ਹੱਥ ਵੱਢ ਦਿੱਤਾ ਸੀ, ਅਸੀਂ ਉਹਨੂੰ ਟ੍ਰਿਬਿਊਟ ਕਰ ਰਹੇ ਹਾਂ, ਉਹਨੂੰ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਤੇ ਮੈਂ ਉੱਥੋਂ ਉੱਠ ਕੇ ਜਦੋਂ ਬਾਹਰ ਆਇਆ, ਬਾਹਰ ਪੱਤਰਕਾਰ ਸਾਹਿਬ ਖੜੇ ਸੀ ਵੀਰ ਸਾਰੇ, ਤੇ ਮੇਰੇ ਮਨ ਦੇ ਵਿੱਚ ਵੀ ਆਇਆ ਕਿ ਅੱਜ ਉਸ ਨਿਹੰਗ ਸਿੰਘ ਨੇ ਜਿਹਨੇ ਉਹਦਾ ਪੁਲਿਸ ਵਾਲੇ ਹਰਜੀਤ ਸਿੰਘ ਦਾ ਹੱਥ ਕੱਟਿਆ, ਜਦ ਕਿ ਉਹ ਜਿਹੜੀ ਲੜਾਈ ਸੀ ਇੱਕ ਲੜਾਈ ਦੇ ਵਿੱਚ ਉਹ ਐਕਸ਼ਨ ਹੋਇਆ, ਔਰ ਉਸ ਲੜਾਈ ਨੂੰ ਪੁਲਿਸ ਇੰਨਾ ਸਲੂਟ ਕਰ ਰਹੀ ਆ ਹਰਜੀਤ ਸਿੰਘ ਨੂੰ। ਇੱਕ ਉਹ ਪਿਓ ਪੁੱਤ ਔਰ ਉਹ ਸੀਰੀ, ਉਹਦਾ ਵਿਚਾਰੇ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਥਾਣੇ ਦੇ ਵਿੱਚ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਅੱਜ ਉਹ ਇੰਨੇ ਸਦਮੇ ਦੇ ਵਿੱਚ ਆ ਕਿ ਕਿਤੇ ਉਹ ਆਤਮ ਹੱਤਿਆ ਵਾਲੇ ਪਾਸੇ ਨਾ ਚਲੇ ਜਾਏ, ਕਿਉਂ ਨਾ ਅਸੀਂ ਵੀ ਉਹਨਾਂ ਨੂੰ ਉਦਾਂ ਦੇ ਕਿਸਮ ਦੀ ਸ਼ਰਧਾਂਜਲੀ ਇਹਨਾਂ ਨੂੰ ਟ੍ਰਿਬਿਊਟ ਕਰੀਏ, ਉਹਨਾਂ ਨੂੰ ਅਸੀਂ ਸੈਲੀਬ੍ਰੇਟ ਕਰੀਏ। ਮੈਂ ਕੀ ਕੀਤਾ, ਆਪਣਾ ਕੁੜਤਾ ਉਤਾਰਿਆ, ਕੁੜਤਾ ਉਤਾਰ ਕੇ ਮੈਂ ਉੱਥੇ ਨੰਗਾ ਹੋਇਆ ਤੇ ਪੱਤਰਕਾਰ ਵੀਰ ਮੇਰੇ ਕੋਲ ਆਏ। ਮੈਂ ਕਿਹਾ ਉਸੇ ਥਾਣੇ ਮੂਹਰੇ ਚੱਲਦੇ ਆ, ਜਿਸ ਥਾਣੇ ਦੇ ਵਿੱਚ ਐਸਐਚਓ ਬਲਜਿੰਦਰ ਨੇ ਪਿਓ ਪੁੱਤ ਤੇ ਸੀਰੀ ਨੂੰ ਨੰਗਾ ਕੀਤਾ ਸੀ, ਉਸੇ ਥਾਣੇ ਦੇ ਮੂਹਰੇ ਚੱਲਦੇ ਆ। ਉਸੇ ਥਾਣੇ ਦੇ ਮੂਹਰੇ ਜਾ ਕੇ ਅਸੀਂ ਇਸ ਗੱਲ ਦਾ ਪ੍ਰੋਟੈਸਟ ਕੀਤਾ ਕਿ ਜਿਹੜਾ ਹੈਗਾ ਇਹ ਬਲਜਿੰਦਰ ਸਿੰਘ ਨੇ ਇੱਕ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਜਿਹੜਾ ਹੈਗਾ ਕਾਰਾ ਕੀਤਾ, ਇਹ ਕਾਰਾ ਹੋਣਾ ਨਹੀਂ ਚਾਹੀਦਾ। ਔਰ ਤੁਸੀਂ ਇਹ ਦੇਖੋ ਕਿ ਸਾਡੇ ਇਸ ਸੰਘਰਸ਼ ਕਰਕੇ ਉਸ ਤੋਂ ਬਾਅਦ ਜਿਹੜਾ ਸੀਰੀ ਵੱਲੋਂ ਵੀ SC ST ਕਮਿਸ਼ਨ ਨੂੰ ਜਿਹੜੀ ਐਪਲੀਕੇਸ਼ਨ ਦਵਾਈ ਗਈ, ਅੱਜ ਉਸ SHO ਬਲਜਿੰਦਰ ਤੇ ਬੇਸ਼ੱਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਸਾਡੇ ਵਕੀਲ ਸਾਹਿਬਾਨ, ਇਹਨਾਂ ਸਾਰਿਆਂ ਦੀ ਬਦੌਲਤ ਅੱਜ ਬਲਜਿੰਦਰ ਤੇ ਜਿਹੜਾ ਹੈਗਾ ਪਰਚਾ ਦਰਜ ਹੋਇਆ ਤੇ ਉਹਦੇ ਤੇ ਨਾਲ ਦੀ ਨਾਲ SC ST ਐਕਟ ਵੀ ਲੱਗਿਆ। ਤੁਹਾਨੂੰ ਦੱਸਾਂ ਕਿ ਜਦੋਂ 3 IAS ਅਫਸਰ ਸਾਈਨ ਕਰਕੇ ਜਿਹੜਾ ਪਰਚਾ ਦਰਜ ਕਰਦੇ ਆ, ਮੈਂ ਸਮਝਦਾ ਕਿ ਉਸ ਪਰਚਾ ਜਿਹੜਾ ਹੈਗਾ ਸੁਪਰੀਮ ਕੋਰਟ ਤੋਂ ਵੀ ਉਸ ਪਰਚੇ ਤੋਂ ਇਹ ਛੁੱਟ ਨਹੀਂ ਸਕਦਾ ਜਿਹੜਾ ਹੈਗਾ SHO ਬਲਜਿੰਦਰ ਸਿੰਘ। ਔਰ ਇਹਦੇ ਲਈ ਸਾਰੀਆਂ ਜਿਹੜੀਆਂ ਧਿਰਾਂ, ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਾ ਕਿਤੇ ਨਾ ਕਿਤੇ ਉਹ ਸਾਹਮਣੇ ਆਉਣਾ ਚਾਹੀਦਾ। ਪੁਲਿਸ ਨੂੰ ਜਿਹਨੇ ਵੀ ਕੀਤੀ ਆ ਕੀ ਮਨਸ਼ਾ ਸੀ, ਕਿਉਂ ਕੀਤੀ ਆ। ਔਰ ਤੁਸੀਂ ਦੇਖੋ ਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੁਲਿਸ ਸਾਰਿਆਂ ਨੂੰ ਨੰਗਾ ਕਰਦੀ ਆ, ਪਰ ਉਹਦੀ ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰਨੀ ਉਹ ਇੱਕ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਆ। ਇੱਕ ਉਹਨੂੰ ਪਬਲਿਕਲੀ ਉਹਨੂੰ ਡੈਮੇਜ ਕਰਦਾ, ਉਹ ਬੰਦਾ ਜਿਹੜਾ ਹੈਗਾ ਅੱਜ ਪਿੰਡ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਹੈ। ਧੀਆਂ ਦੇ ਕੋਲ ਵੀ ਜਾਣਾ, ਭੈਣਾਂ ਕੋਲ ਵੀ ਜਾਣਾ, ਬਹੁਤ ਕੁਝ ਹੁੰਦਾ। ਬਿਲਕੁਲ ਮੈਂ ਸਮਝਦਾ ਕਿ ਪੁਲਿਸ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਔਰ ਇਹਨੂੰ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰਕੇ ਉਹ ਚੀਜ਼ ਸਾਹਮਣੇ ਲਿਆਉਣੀ ਚਾਹੀਦੀ। ਜਿਸ ਬੰਦੇ ਨੇ ਵਾਇਰਲ ਕੀਤੀ ਉਸ ਬੰਦੇ ਤੇ ਕਾਰਵਾਈ ਹੋਣੀ, ਤੁਹਾਡੀ ਇਹ ਅਲੱਗ ਤੋਂ ਮੰਗ। ਬਿਲਕੁਲ। ਤੇ ਆਖਰ ਦੇ ਵਿੱਚ ਗਿਆਸਪੁਰਾ ਸਾਹਿਬ, ਜਿਵੇਂ ਹੁਣ ਗੱਲ ਕਰਦੇ ਆਪਾਂ ਵੀ ਜਦੋਂ ਵੋਟਾਂ ਪੈਂਦੀਆਂ ਨੇ, ਅੱਗੇ ਜਾ ਕੇ ਵੋਟਾਂ ਪੈਣ ਵਾਲੀਆਂ ਨੇ, ਤਾਂ ਪੋਲੀਟੀਕਲ ਪਾਰਟੀਆਂ ਵੱਲੋਂ ਚਾਹੇ ਕੋਈ ਹੋਵੇ, ਉਹਨਾਂ ਵੱਲੋਂ ਸ਼ਰਾਬਾਂ ਦਿੱਤੀਆਂ ਜਾਂਦੀਆਂ ਨੇ,
ਕਈ ਥਾਵਾਂ ਦੇ ਪੈਸੇ ਵੀ ਦਿੱਤੇ ਜਾਂਦੇ ਆ, ਤਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਵੀ ਹੁਣ ਸ਼ਰਾਬਾਂ ਪਿੱਛੇ ਦਾ ਵੋਟਾਂ ਪਾ ਰਹੇ ਨੇ, ਸ਼ਾਇਦ ਇਹਨਾਂ ਨੂੰ ਐਵੇਂ ਹੀ ਲੱਗਿਆ ਵੀ ਜੇ ਲੋਕਾਂ ਨੇ ਸ਼ਰਾਬ ਪਿੱਛੇ ਵੋਟ ਪਾਈ ਤਾਂ ਸ਼ਰਾਬ ਹੀ ਦੇ ਦਿਓ, ਜਿਹਦੇ ਕਰਕੇ ਲੋਕ ਵਿਚਾਰੇ ਆਪਣੀ ਜਾਨਾਂ ਗਵਾ ਗਏ, ਤਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਵੀ ਕਿਸ ਤਰੀਕੇ ਨਾਲ ਉਹ VOTING ਕਰਨ? ਦੇਖੋ ਜੀ, ਜਿਹੜਾ ਲੋਕਤੰਤਰ ਹੁੰਦਾ ਨਾ, ਲੋਕਤੰਤਰ ਉਦੋਂ ਬਹੁਤ ਵਧੀਆ ਜਦੋਂ ਵੋਟ ਪਾਉਣ ਵਾਲੇ ਇੱਕ ਉੱਚ ਕੋਟੀ ਦੇ ਸਮਝਦਾਰ ਸਿਆਣੇ ਹੋਣ ਜੀ। ਨਹੀਂ ਲੋਕਤੰਤਰ ਜਿੰਨਾ ਘਾਤਕ ਕੋਈ ਨਹੀਂ, ਮੇਰਾ ਇਹ ਪਰਸਨਲ ਹੈਗੀ ਆ ਜੀ। ਔਰ ਤੁਸੀਂ ਦੇਖੋ ਕਿ ਇਲੈਕਸ਼ਨਾਂ ਦੇ ਵਿੱਚ ਇੱਕ ਸ਼ਰਾਬ ਦੀ ਬੋਤਲ ਪਿੱਛੇ ਜਿਹੜਾ ਬੰਦਾ ਆਪਣੀ ਮੱਤ, ਆਪਣੀ ਅਕਲ, ਆਪਣੀ ਸੋਚ 5 ਸਾਲਾਂ ਲਈ ਵੇਚ ਕੇ ਆ ਜਾਂਦਾ, ਉਹ ਬੰਦਾ ਪੂਰੀ ਜ਼ਿੰਦਗੀ ਪਛਤਾਉਂਦਾ। ਅੱਜ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪਾਰਟੀਆਂ, ਤਰ੍ਹਾਂ ਤਰ੍ਹਾਂ ਦੇ ਬੰਦੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸ਼ਗੂਫੇ ਉੱਠ ਰਹੇ ਆ। ਇਹਦੇ ਲਈ ਮੈਂ ਵੋਟਰਾਂ ਨੂੰ ਇੱਕ ਹੋਰ ਵੀ ਅਪੀਲ ਕਰਨੀ ਚਾਹਾਂਗਾ ਕਿ ਜਿਹੜੀ ਸ਼ਰਾਬ ਦੀ ਬੋਤਲ ਤੁਸੀਂ ਇੱਕ ਦਿਨ ਪੀ ਲਓਗੇ, 2 ਦਿਨ ਪੀ ਲਓਗੇ, ਮਹੀਨਾ ਪੀ ਲਓਗੇ ਸ਼ਰਾਬ ਜਿਹੜੀ ਹੈਗੀ ਆ, ਕਿਉਂਕਿ ਜਿੰਨਾ ਚਿਰ ਉਹ ਵੀ 30 ਰੁਪਏ ਵਾਲੀ, ਉਹ ਵੀ 30 ਰੁਪਏ ਵਾਲੀ, ਤੁਹਾਨੂੰ 90 ਰੁਪਏ ਵਾਲੀ, 80 ਆਪਣਾ 700 ਵਾਲੀ, 300 ਵਾਲੀ ਕਿਸੇ ਨੇ ਨਹੀਂ ਦੇਣੀ, ਉਹ 30 ਰੁਪਏ ਵਾਲੀ ਬੋਤਲ ਤੁਹਾਨੂੰ ਦੇਣੀ ਆ। ਉਹਦੇ ਨਾਲ ਤੁਸੀਂ ਮਰ ਵੀ ਸਕਦੇ ਹੋ, ਕਿਉਂਕਿ ਉਹਦੇ ਚ ਜੇ ਤਾਂ ਉਹ ਨਾਲ ਟੀਕੇ ਪਾਉਂਦੇ ਨੇ ਜਿਹੜੇ ਮੱਝਾਂ ਨੂੰ ਲੱਗਦੇ ਨੇ, ਜੇ ਉਹ ਟੀਕਾ ਮਕਦਾਰ ਦੇ ਵਿੱਚ ਪੈ ਗਿਆ, ਕਿਉਂਕਿ ਉਹਦਾ ਵੀ ਉਹਨਾਂ ਨੇ ਫਾਰਮੂਲਾ ਬਣਾਇਆ ਹੋਇਆ, ਨਕਲੀ ਸ਼ਰਾਬ ਦਾ ਵੀ ਇੱਕ ਫਾਰਮੂਲਾ, ਉਹ ਕਈ ਵਾਰ ਉਹ ਫਾਰਮੂਲੇ ਤੋਂ ਉਲਟ ਕੋਈ ਦੇਸੀ ਬੰਦਾ ਉਹਦੇ ਤੇ ਜ਼ਿਆਦਾ ਟੀਕਿਆਂ ਦੀ ਜੇ ਮਕਦਾਰ ਪਾ ਦੇਵੇ ਤੇ ਉਹ ਬੰਦੇ ਮਰ ਵੀ ਸਕਦੇ ਨੇ, ਉਹ ਜ਼ਹਿਰ ਬਣ ਜਾਏਗੀ। ਤੇ ਇਸ ਲਈ ਮੇਰੀ ਅਪੀਲ ਆ ਕਿ ਪਾਰਟੀਆਂ ਨੂੰ ਛੱਡ ਕੇ ਆਪਣੇ ਹਲਕੇ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਿਹੜਾ ਤੁਹਾਡੀ ਬਾਹ ਫੜਦਾ, ਚੰਗੇ ਬੰਦਿਆਂ ਨੂੰ ਵੋਟ ਪਾਓ, ਚਾਹੇ ਉਹ ਕਿਸੇ ਪਾਰਟੀ ਦਾ ਹੋਵੇ, ਜਿਹੜਾ ਤੁਹਾਡੀ ਬਾਹ ਫੜਦਾ, ਤੁਹਾਡੇ ਲਈ ਸੰਘਰਸ਼ ਕਰਦਾ, ਤੁਹਾਡੇ ਲਈ ਕੰਮ ਕਰਦਾ, ਤੁਹਾਡੇ ਨਾਲ ਖੜਦਾ। ਔਰ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ, ਘੱਟੋ ਘੱਟ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਇਹ ਬੰਦਾ ਨਸ਼ੇ ਖੁਦ ਕਰਦਾ, ਸ਼ਰਾਬ ਵੀ ਨਸ਼ਾ, ਚਾਹੇ ਉਹ ਸਕੌਚ ਪੀਂਦਾ ਤਾਂ ਵੀ ਉਹ ਨਸ਼ਾ ਹੀ ਆ ਮੇਰੀ ਡਿਕਸ਼ਨਰੀ ਦੇ ਵਿੱਚ। ਚਾਹੇ ਉਹ ਜਿਹੜਾ ਬੰਦਾ ਨਸ਼ੇ ਨਹੀਂ ਕਰਦਾ, ਖੁਦ ਨਹੀਂ ਨਸ਼ੇ ਕਰਦਾ, ਉਹੀ ਬੰਦਾ ਜਿਹੜਾ ਹੈਗਾ ਉਹ ਅੱਗੇ ਨਸ਼ਿਆਂ ਤੇ ਰੋਕ ਲਾ ਸਕਦਾ। ਇੱਕ ਮੈਂ ਗੱਲ ਸੁਣੀ ਸੀ, ਕਹਿੰਦੇ ਵੀ ਇੱਕ ਬਾਬੇ ਕੋਲ ਆਪਣੇ ਪੋਤੇ ਨੂੰ ਬੀਬੀ ਲੈ ਗਈ, ਕਹਿੰਦੀ ਵੀ ਬਾਬਾ ਜੀ ਇਹ ਮੁੰਡਾ ਸਾਡਾ, ਮੇਰਾ ਪੋਤਾ ਜਿਹੜਾ ਹੈਗਾ ਨਾ, ਗੁੜ ਖਾਣ ਤੋਂ ਨਹੀਂ ਹਟਦਾ। ਅੱਛਾ ਜੀ। ਤੇ ਬਾਬਾ ਜੀ ਕਹਿੰਦੀ ਵੀ ਇਹਨੂੰ ਕਹੋ, ਬਾਬਾ ਜੀ ਨੂੰ ਕਹਿੰਦੀ, ਬਾਬਾ ਜੀ ਸੋਚੀ ਪੈ ਗਏ, ਤੇ ਸੋਚੀ ਪੈ ਕੇ ਕਹਿੰਦੀ ਮਾਤਾ ਜੀ ਕਹਿੰਦਾ ਅਗਲੇ ਹਫਤੇ ਆਇਓ। ਠੀਕ ਹੈ ਜੀ। ਅਗਲੇ ਹਫਤੇ ਮਾਤਾ ਫਿਰ ਚਲੇ ਗਈ ਤੇ ਉਹਨੂੰ ਕਹਿੰਦੇ ਵੀ ਪੋਤਾ ਜੀ ਇਹ ਗੁੜ ਖਾਣੋਂ ਨਹੀਂ ਹਟਦਾ, ਤੇ ਬਾਬਾ ਜੀ ਉਹਨੂੰ ਕਹਿੰਦੇ ਵੀ ਪੁੱਤ ਖਾਇਆ ਨਾ ਕਰ ਗੁੜ। ਠੀਕ ਹੈ। ਤੇ ਵੀ ਇਹ ਕਈ ਵਾਰੀ ਜ਼ਿਆਦਾ ਖਾਣਾ ਸਿਹਤ ਲਈ ਖਰਾਬ ਹੁੰਦਾ। ਜੀ। ਤੇ ਮਾਤਾ ਉੱਠ ਕੇ ਤੁਰਨ ਲੱਗੀ, ਉਹਦੇ ਸਵਾਲ ਆਇਆ ਮਨ 'ਚ ਕਿ ਇਹ ਗੱਲ ਤਾਂ ਤੁਸੀਂ ਬਾਬਾ ਜੀ ਪਿਛਲੇ ਹਫਤੇ ਵੀ ਕਹਿ ਸਕਦੇ ਸੀ, ਇੱਕ ਹਫਤੇ ਬਾਅਦ ਕਿਉਂ? ਉਹ ਕਹਿੰਦੇ ਬੀਬਾ ਮੈਂ ਵੀ ਗੁੜ ਖਾਣਾ, ਪਹਿਲਾਂ ਮੈਂ ਹਫਤਾ ਆਪ ਛੱਡ ਕੇ ਦੇਖਿਆ ਕਿ ਜਿਹੜੀ ਮੈਂ ਸਲਾਹ ਕਿਸੇ ਨੂੰ ਦੇਣ ਲੱਗਿਆ ਕਿ ਕੀ ਉਹ ਸਲਾਹ ਤੇ ਆਪਾਂ ਪੂਰੇ ਉਤਰ ਵੀ ਸਕਦੇ ਹਾਂ। ਤੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਆਪਾਂ ਜਿਹੜਾ ਹੈਗਾ ਸ਼ਰਾਬ, ਨਸ਼ੇ, ਇਹਨਾਂ ਨੂੰ ਛੱਡ ਕੇ, ਇੱਕ ਗੱਲ ਹੋਰ ਮੈਂ ਵਿੱਚ ਸਕਿਪ ਹੋ ਗਈ ਮੇਰੀ ਸ਼ਰਾਬ ਵਾਲੀ ਗੱਲ ਤੋਂ, ਜਿਹੜੀ ਕਿ ਬਹੁਤ ਇੰਪੋਰਟੈਂਟ ਆ, ਜਿਹੜੀ ਮੈਂ ਕਰਨੀ ਚਾਹੁੰਦਾ ਸੀ। ਉਹ ਗੱਲ ਇਹ ਸੀ ਕਿ ਸ਼ਰਾਬ ਦੇ ਮਾਮਲੇ ਦੇ ਵਿੱਚ ਲੋਕਡਾਊਨ ਦੇ ਵਿੱਚ ਜਦੋਂ ਪੂਰਾ ਪੰਜਾਬ ਬੰਦ ਸੀ, ਜਦੋਂ ਸ਼ਰਾਬ ਦੀਆਂ ਫੈਕਟਰੀਆਂ ਬੰਦ ਸੀ, ਸ਼ਰਾਬ ਦੇ ਠੇਕਿਆਂ ਦੇ ਉੱਤੇ ਆਮ ਸ਼ਰਾਬ ਵਿਕ ਰਹੀ ਸੀ, ਔਰ ਉਹ ਸ਼ਰਾਬ ਵਿਕਦੀ ਸ਼ਰਾਬ ਦੀ ਮੈਂ ਵੀਡੀਓ ਬਣਾਈ, ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕੀਤੀ, ਔਰ ਉਹ ਠੇਕਾ ਪੈਲ ਥਾਣੇ ਦੇ ਬਿਲਕੁਲ ਸਾਹਮਣੇ ਸੀ। ਅੱਛਾ ਜੀ। ਔਰ ਉਸ ਦੀ ਵੀਡੀਓ ਬਣਾ ਕੇ ਅਪਲੋਡ ਕਰਕੇ ਉਹਦੀ ਕੰਪਲੇਂਟ DGP ਸਾਹਿਬ ਨੂੰ ਪਾਈ ਵੀ ਇਸ ਗੱਲ ਦੀ ਜਿਹੜੀ ਹੈਗੀ ਆ, ਇਹ ਨਕਲੀ ਸ਼ਰਾਬ ਹੀ ਵਿਕਦੀ ਹੋਣੀ ਆ, ਅਸਲੀ ਦੇ ਤਾਂ ਬੰਦ ਨੇ, ਸਪਲਾਈ ਬੰਦ ਆ, ਇਹ ਨਕਲੀ ਸ਼ਰਾਬ ਹੈ, ਇਹਨੂੰ ਬੰਦ ਨਹੀਂ ਕਰ ਰਹੇ ਪੁਲਿਸ ਵਾਲੇ। ਤੁਸੀਂ ਇਹ ਦੇਖੋ ਕਿ ਜਾਣ ਕੇ ਹੈਰਾਨ ਹੋਵੋਗੇ ਕਿ ਮੇਰੀ ਉਸ ਐਪਲੀਕੇਸ਼ਨ ਦੀ ਇਨਕੁਆਇਰੀ ਉਸੇ DSP ਕੋਲ ਆਈ ਜਿਹਦੇ ਖਿਲਾਫ ਮੈਂ ਕੰਪਲੇਂਟ ਕੀਤੀ ਸੀ। ਇਸ ਤੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਕਿ ਸਮੇਤ DGP ਸਮੇਤ ਮੁੱਖ ਮੰਤਰੀ ਜਦੋਂ ਨਕਲੀ ਸ਼ਰਾਬ ਦੇ ਧੰਦੇ ਦੇ ਵਿੱਚ ਗ੍ਰਸਤ ਹੋਣ, ਫਿਰ ਆਪਾਂ ਆਸ ਕਿਹਦੇ ਤੋਂ ਰੱਖ ਸਕਦੇ ਹਾਂ? ਕਿਹਦੇ ਤੋਂ ਆਸ ਰੱਖੀਏ? ਬਹੁਤ ਸੋਚਣ ਵਾਲੀਆਂ ਗੱਲਾਂ ਨੇ, ਤੇ ਸਿਸਟਮ ਨੂੰ ਜ਼ਿੰਮੇਵਾਰ ਬਣਨਾ ਹੀ ਪਏਗਾ। ਉਦੋਂ ਸਿਸਟਮ ਤੋਂ ਜ਼ਿੰਮੇਵਾਰ ਬਣਨ ਤੋਂ ਪਹਿਲਾਂ ਲੋਕ ਵੀ ਜੇ ਜ਼ਿੰਮੇਵਾਰ ਬਣ ਜਾਣ, ਜਿਵੇਂ ਤੁਹਾਡੀ ਗੱਲ ਆ ਕਿ ਜਿੱਥੇ ਵੀ ਕੋਈ ਲੋਕਾਂ ਦੀ ਬਾਹ ਫੜਦਾ ਉਸੇ ਕੈਂਡੀਡੇਟ ਨੂੰ ਚੁਣਿਆ ਜਾਵੇ ਜਿਹੜਾ ਚੰਗੀਆਂ ਗੱਲਾਂ ਕਰਦਾ, ਤੇ ਹੁਣ ਲੋਕ ਜਿੰਨੀ ਜਲਦੀ ਚੰਗੇ ਕੈਂਡੀਡੇਟਸ ਨੂੰ ਚੁਣ ਲੈਣਗੇ ਉਨੀ ਜਲਦੀ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ। ਜੇ ਇਹਨਾਂ ਲੋਕਾਂ ਦੇ ਨਾਲ ਹੀ ਚੱਲੀ ਜਾਣਾ ਹੈ ਵੀ ਨਸ਼ੇ
ਪਿੱਛੇ ਹੀ ਵੋਟਾਂ ਪਾਉਣੀਆਂ ਨੇ, ਪੈਸੇ ਲੈ ਕੇ 5-500 ਰੁਪਏ ਪਿੱਛੇ ਹੀ ਵੋਟ ਪਾਉਣੀ ਆ, ਤਾਂ ਕੋਈ ਸੁਧਾਰ ਨਹੀਂ ਹੋਣਾ। ਇਸੇ ਤਰੀਕੇ ਨਾਲ ਹੀ ਤੁਸੀਂ ਲੋਕਾਂ ਨੇ ਖੱਜਲ ਖੁਆਰ ਹੁੰਦੇ ਰਹਿਣਾ। ਸੋ ਸਾਡੀ ਤਾਂ ਇਹੀ ਅਪੀਲ ਹੈ ਕਿ ਹਰ ਇੱਕ ਬੰਦਾ ਜ਼ਿੰਮੇਵਾਰ ਬਣੇ, ਚਾਹੇ ਕੋਈ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਮੀਆਂ ਨੇ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਪੋਲੀਟੀਕਲ ਲੋਕਾਂ ਦੇ ਵਿੱਚ ਜੇ ਕਿ ਇਸ ਕਿਸਮ ਦਾ ਕੁਝ ਹੈਗਾ ਤਾਂ ਉਹ ਵੀ ਲੋਕ ਸੋਚ ਲੈਣ ਵੀ ਹੁਣ ਕਿੰਨੇ ਲੋਕ ਮਾਰੇ ਗਏ ਨੇ, ਘਰ ਬਰਬਾਦ ਹੋਏ ਨੇ, ਸੌਖੀ ਗੱਲ ਨਹੀਂ ਹੈਗੀ। ਜਿਹੜੇ ਦੁੱਖ ਦਾ ਦੁੱਖ ਹੀ ਹੈ, ਚਾਹੇ ਆਪਾਂ 2 ਲੱਖ ਨਾ ਪੂੰਝਦੀ, ਚਾਹੇ ਕਰੋੜ ਰੁਪਇਆ ਦੇ ਦੀ, ਤਾਂ ਵੀ ਜਿਹੜਾ ਪਰਿਵਾਰ ਦਾ ਜੀ ਚੱਲੇਗਾ, ਕਿਸੇ ਬੱਚੇ ਦਾ ਪਿਓ ਚੱਲੇਗਾ, ਜਾਂ ਕੋਈ ਸਜਰੀ ਵਿਆਹੀ ਔਰਤ ਜੇ ਵਿਧਵਾ ਹੋਈ ਹੈ ਤਾਂ ਉਹਦਾ ਤੁਸੀਂ ਦੁੱਖ ਕਿੱਦਾਂ ਪੈਸੇ ਨਾਲ ਪੂਰਾ ਕਰ ਲਓਗੇ। ਇਹ ਕੁਐਸਚਨ ਮਾਰਕ ਆ ਸਾਰੇ ਲੋਕਾਂ ਲਈ, ਸਾਡੇ ਲਈ ਵੀ ਆ, ਸਰਕਾਰ ਲਈ ਵੀ ਆ, ਪੁਲਿਸ ਲਈ ਵੀ ਆ, ਤੇ ਆਮ ਲੋਕਾਂ ਲਈ ਵੀ ਆ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਤੇ ਅੱਜ ਉਹ ਮੌਤ ਦੇ ਮੂੰਹ 'ਚ ਜਾ ਰਹੇ ਨੇ। ਤੇ ਗਿਆਸਪੁਰਾ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਸਮਾਂ ਦਿੱਤਾ, ਤੇ ਅੱਗੇ ਵੀ ਆਸ ਕਰਦੇ ਹਾਂ ਤੁਸੀਂ ਇਸੇ ਤਰੀਕੇ ਨਾਲ ਹੀ ਜਿਹੜੀਆਂ ਸਿਸਟਮ ਦੇ ਵਿੱਚ ਕਮੀਆਂ ਨੇ, ਅਵੇਅਰਨੈਸ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਰਹੋ, ਤਾਂ ਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਪਤਾ ਲੱਗ ਸਕੇ ਕਿ ਸਾਡੇ ਅਧਿਕਾਰ ਕੀ ਨੇ। ਸੋ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।